साहिब जी जाको हर रंग लागो इस जुग में, सो कहियत है सुरा आत्म जिने सगल वस तांकै, जाका सतगुर पूरा सूरा सो पहचानिए, जो लरै दीन कहे पुरजा पुरजा कट मरै, कबहू न छाड़ै खेत। एक ओंकार सतनाम करता पुरख, निरभौ निर्वैर अकाल मूरत, अजूनी सैभं गुर प्रसाद। जित सेवै सुख पाइयै, सो साहिब सदा संभालियै, जित कीता पाइयै अपना, सा घाल बुरी क्यों घालियै। मंदा मूल न कीचई, दे लंबी नदर निहालियै, ज्यों साहिब नाल न हारियै, तविहा पासा ढालियै, किछ लाहे उपर घालियै। ज्यों साहिब नाल न हारियै, तविहा पासा ढालियै, किछ लाहे उपर घालियै। परम सन्मानयोग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ, कलगीधर पातशाह धन गुरु गोबिंद सिंह महाराज जी दे लखते जिगर चार साहिबजादे, माता गुजर कौर जी, अनेकां गुरु के प्यारे सिख, जिन्हां ने 1704 ईस्वी दे विच इहो ही देसी महीना पोह जिहदे विच शहादत दे जाम पीते सन, जिन्हां दी मिठी अते प्यारी याद विच ये लगातार लड़ीवार आप जी रोजाना गुरमत समागम दे विच हाज़री भरदे हो। आओ उसे लड़ी दे तहत अज फिर आपां सतगुरु गुरु ग्रंथ साहिब महाराज जी की पावन गोद विच जुड़ के बैठे हाँ। सोदर रहरास पावन बाणी के पाठ तो उपरंत गुरमत विचारां दा दीवान सजिया, जिस विच आपां सतगुर की पावन बाणी की विचार इतिहासक विचारां साझियां करनियां ने। आसा की वार बाणी दी 21 नंबर पौड़ी, जिसका पाठ आपां बड़े प्यार नाल सरवण कीता है। 474 नंबर अंक ते ये पौड़ी गुरु ग्रंथ साहब जी दे विच सुभाईमान है। इतिहासक कोई भी घटना होवे, हर घटना नूं असीं सतगुर दी बाणी दी कसवट्टी ते परख के अपनी जिंदगी विच लागू करना है। जिन्ना भी इतिहास है, जिन्नियां भी इतिहासक घटनावां ने, जदों असीं सतगुर दी बाणी पढ़दे हां तो सतगुर दी पावन बाणी सानूं जिंदगी जीउण दी प्रेरणा बख्शिश करदी है।
ਦੀਵਾਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਕਰਾਂਗੇ। ਅਸੀਂ ਅਰਦਾਸ ਵਿੱਚ ਜਿਹੜੇ ਅਸੀਂ ਇਹ ਪਹਿਰੇ ਬੋਲਦੇ ਹਾਂ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਉੱਥੇ ਸ਼ਬਦ ਬੋਲਦੇ ਹਾਂ ਆਪਾਂ ਧਿਆਨ ਧਰ ਕੇ। ਬੋਲੋ ਜੀ, ਉਹਦਾ ਕੀ ਮੀਨਿੰਗ ਹੈ? ਉੱਥੇ ਧਿਆਨ ਧਰਨ ਦਾ ਅਰਥ ਹੈ, ਅਰਦਾਸ ਕਰਨ ਵਾਲਿਆ ਇਹ ਧਿਆਨ ਵਿੱਚ ਰੱਖੀ ਕਿ 4 ਸਾਹਿਬਜ਼ਾਦਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਗੁਰੂ 'ਤੇ ਭਰੋਸਾ ਕਿੰਨਾ ਸੀ, 5 ਪਿਆਰਿਆਂ ਨੂੰ ਆਪਣੀ ਜ਼ਿੰਦਗੀ 'ਚ ਗੁਰੂ ਦੇ ਉੱਤੇ ਭਰੋਸਾ ਕਿੰਨਾ ਸੀ। ਧਿਆਨ ਆ ਧਰਨਾ ਹੈ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਜਾਂ ਸਾਡੇ ਵੱਡ ਵਡੇਰੇ ਸਾਨੂੰ ਅਕਸਰ ਹੀ ਕਈ ਗੱਲ ਕਹਿੰਦੇ ਨੇ, ਕਾਕਾ ਮੇਰੀ ਗੱਲ ਵੱਲ ਧਿਆਨ ਦੇ। ਜਦੋਂ ਕੋਈ ਕਿਸੇ ਗੱਲ ਨੂੰ ਸੁਣਿਆ ਅਣਸੁਣਿਆ ਕਰੇ, ਟੀਚਰ ਵੀ ਕਈ ਵਾਰੀ ਸਟੂਡੈਂਟ ਨੂੰ ਕਹਿੰਦਾ ਮੇਰੀ ਗੱਲ ਵੱਲ ਧਿਆਨ ਦੇ, ਜੋ ਮੈਂ ਤੈਨੂੰ ਪੜ੍ਹਾ ਰਿਹਾ ਉਹਦੇ ਵੱਲ ਗੌਰ ਕਰ। ਗੁਰੂ ਜੀ ਵੀ ਸਾਡਾ ਧਿਆਨ ਦਿਵਾਉਂਦੇ ਨੇ। ਤੇ ਜਦੋਂ ਪੰਥ ਨੇ ਮਰਿਆਦਾ ਤਿਆਰ ਕੀਤੀ, ਅਰਦਾਸ ਦੇ ਇਹ ਪਹਿਰੇ ਬਹੁਤ ਸੋਚ ਸਮਝ ਕੇ ਤਿਆਰ ਕੀਤੇ ਗਏ ਕਿ ਉਹ 5 ਪਿਆਰੇ, 4 ਸਾਹਿਬਜ਼ਾਦੇ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਦੀ ਦ੍ਰਿੜਤਾ, ਉਹਨਾਂ ਦਾ ਭਰੋਸਾ ਜਿਹੜਾ ਗੁਰੂ ਪ੍ਰਤੀ ਸੀ, ਉਹ ਆਪਣੀ ਜ਼ਿੰਦਗੀ ਵਿੱਚ ਸਾਹਮਣੇ ਰੱਖੀਏ। ਕਿਸੇ ਅਸੀਂ ਡੋਲਦੇ ਤੇ ਨਹੀਂ, ਸਾਡੀ ਜ਼ਿੰਦਗੀ ਵਿੱਚ ਕੋਈ ਘਬਰਾਹਟ ਤੇ ਨਹੀਂ, ਸਾਡੀ ਜ਼ਿੰਦਗੀ ਵਿੱਚ ਕੋਈ ਡਾਵਾਂ ਡੋਲ ਹੋਣ ਵਾਲਾ ਪੱਖ ਤੇ ਨਹੀਂ। ਇਹ ਸਭ ਚੀਜ਼ਾਂ ਸਤਿਗੁਰ ਦੀ ਬਾਣੀ ਵਿੱਚੋਂ ਸਾਨੂੰ ਅਗਵਾਈ ਲੈਣ ਦੀ ਜ਼ਰੂਰਤ ਹੈ। ਆਓ, ਜਿੱਥੇ ਆਪਾਂ ਇਤਿਹਾਸਕ ਵਿਚਾਰਾਂ ਸਾਂਝੀਆਂ ਕਰਨੀਆਂ, ਉੱਥੇ ਨਾਲ ਨਾਲ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਵੀ ਆਪਾਂ ਸਾਂਝੀ ਕਰਨੀ ਹੈ। ਆਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕ ਵਾਰ ਰਲ ਕੇ ਪੌੜੀ ਦੀਆਂ ਇਹਨਾਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਹਾਜ਼ਰੀ ਲਵਾਓ ਜੀ। ਜਿਤ ਸੇਵਿਆ ਸੁਖ ਪਾਈਐ, ਜਿਤ ਸੇਵਿਆ ਸੁਖ ਪਾਈਐ, ਜਿਤ ਸੇਵਿਆ ਸੁਖ ਪਾਈਐ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਸੋ ਸਾਹਿਬ ਸਦਾ ਸੰਭਾਲੀਐ, ਸੋ ਸਾਹਿਬ ਸਦਾ ਸੰਭਾਲੀਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਜਿਤ ਕੀਤਾ ਪਾਈਐ ਆਪਣਾ, ਜਿਤ ਕੀਤਾ ਪਾਈਐ ਆਪਣਾ, ਜਿਤ ਕੀਤਾ ਪਾਈਐ। ਸਾ ਕਾਲ ਬੁਰੀ ਕਿਉਂ ਕਾਲੀਐ, ਸਾ ਕਾਲ ਬੁਰੀ ਕਿਉਂ ਕਾਲੀਐ, ਸਾ ਕਾਲ ਬੁਰੀ ਕਿਉਂ ਕਾਲੀਐ। ਵਾਹ ਵਾਹ। ਮੰਦਾ ਮੂਲ ਨਾ ਕੀਚਈ, ਮੰਦਾ ਮੂਲ ਨਾ ਕੀਚਈ, ਮੰਦਾ ਮੂਲ ਨਾ ਕੀਚਈ, ਮੰਦਾ ਮੂਲ ਨਾ ਕੀਚਈ। ਦੇ ਲੰਬੀ ਨਦਰ ਨਿਹਾਲੀਐ, ਦੇ ਲੰਬੀ ਨਦਰ ਨਿਹਾਲੀਐ, ਦੇ ਲੰਬੀ ਨਦਰ ਜਿਉ ਸਾਹਿਬ ਨਾਲ ਨਾ ਹਾਰੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਜਿਉ ਸਾਹਿਬ ਨਾਲ ਨਾ ਹਾਰੀਐ। ਤਵੇਹਾ ਪਾਸਾ ਢਾਲੀਐ, ਤਵੇਹਾ ਪਾਸਾ ਢਾਲੀਐ, ਤਵੇਹਾ ਪਾਸਾ ਢਾਲੀਐ। ਵਾਹ ਵਾਹ। ਕਿਛ ਲਾਹੇ ਉੱਪਰ ਕਾਲੀਐ, ਕਿਛ ਲਾਹੇ ਉੱਪਰ ਕਾਲੀਐ, ਕਿਛ ਲਾਹੇ ਉੱਪਰ ਕਾਲੀਐ, ਕਿਛ ਲਾਹੇ ਉੱਪਰ
जित सेवै सुख पाईऐ, जित सेवै सुख पाईऐ। सो साहिब सदा संभालीऐ, सो साहिब सदा संभालीऐ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਅਨੇਕਾਂ ਸਿੱਖਾਂ ਦੇ ਜੀਵਨ ਨੂੰ ਵੇਖੀਦਾ, ਇੰਜ ਲੱਗਦਾ ਹੈ ਜਿਵੇਂ ਜਿਹੜੀ ਬਾਣੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਤੇ ਇਹਨਾਂ ਗੁਰੂ ਕੇ ਪਿਆਰੇ ਸਿੱਖਾਂ ਨੇ ਪ੍ਰੈਕਟੀਕਲ ਜ਼ਿੰਦਗੀ ਜੂ ਕੇ ਉਹਨਾਂ ਸ਼ਬਦਾਂ ਦੇ ਅਰਥ ਕੀਤੇ ਨੇ। ਇੰਜ ਮਹਿਸੂਸ ਹੁੰਦਾ ਵੀ ਜੋ ਗੁਰੂ ਸਾਹਿਬ ਜੀ ਨੇ ਕਿਹਾ ਹੈ, ਸਿੱਖ ਨੇ ਸਤਿਗੁਰ ਜੀ ਦੇ ਉਹਨਾਂ ਪਾਏ ਹੋਏ ਪੂਰਨਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤਾ ਹੈ। ਅਸੀਂ ਗੱਲਾਂ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ ਦਾ ਜਿਹੜਾ ਜੀਵਨ ਹੈ, ਉਮਰ ਭਾਵੇਂ ਸਭ ਤੋਂ ਵੱਡੇ ਸਾਹਿਬਜ਼ਾਦੇ ਦੀ 14 ਸਾਲ ਹੈ, ਪਰ ਉਹਨਾਂ 14 ਸਾਲਾਂ ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦੀ ਉਮਰ 7 ਸਾਲ ਹੈ। ਇੰਨੀਆਂ ਘੱਟ ਉਮਰਾਂ ਵਿੱਚ ਜਿਹੜੇ ਉਹਨਾਂ ਦੇ ਪੂਰਨੇ ਪਾਏ ਨੇ, ਜੋ ਉਹਨਾਂ ਦੀ ਦ੍ਰਿੜਤਾ ਹੈ, ਜੋ ਉਹਨਾਂ ਦੇ ਗੁਰੂ ਨੂੰ ਸਮਝਣ ਦਾ ਤਰੀਕਾ ਹੈ, ਦੁਨੀਆ ਅੰਦਰ ਇੱਦਾਂ ਦੀ ਕੋਈ ਮਿਸਾਲ ਨਹੀਂ ਮਿਲਦੀ। ਅੱਜ ਦੇ ਦੀਵਾਨ ਵਿੱਚ ਆਪਾਂ ਜਿੱਥੇ ਸਤਿਗੁਰ ਦੇ ਪਾਵਨ ਉਪਦੇਸ਼ ਨੂੰ ਸਮਝਣ ਤੇ ਵਿਚਾਰਨ ਦਾ ਯਤਨ ਕਰਨਾ, ਕੁਝ ਚਿਹਰੇ ਐਸੇ ਨੇ, ਕੁਝ ਪਾਤਰ ਐਸੇ ਨੇ ਜਿਹੜੇ ਕਈ ਵਾਰੀ ਇਤਿਹਾਸ ਦੇ ਪੰਨਿਆਂ ਤੋਂ ਜਦੋਂ ਅਸੀਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਪਾਸੇ ਰਹਿ ਜਾਂਦੇ ਆ, ਜਿਹੜੇ ਸਾਡੇ ਤੱਕ ਪਹੁੰਚਦੇ ਨਹੀਂ। ਜਦੋਂ ਸਿੱਖਾਂ ਦੀ ਅਸੀਂ ਗੱਲ ਕਰਦੇ ਹਾਂ, ਮਹਾਨ ਉਹ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਨੇ ਸਾਡੇ ਲਈ ਕਮਾਲ ਕੁਰਬਾਨੀਆਂ ਕੀਤੀਆਂ ਨੇ। ਜਦੋਂ ਅਸੀਂ ਸਤਿਗੁਰ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰਦੇਵ ਜੀ ਇੱਥੇ ਕਹਿੰਦੇ ਨੇ, ਜਿਤ ਸੇਵਿਐ ਸੁਖ ਪਾਈਐ। ਜਿਹਨੂੰ ਸੇਵਣ ਦੇ ਨਾਲ, ਜਿਹਨੂੰ ਸਿਮਰਨ ਦੇ ਨਾਲ, ਜਿਹਨੂੰ ਯਾਦ ਕਰਨ ਦੇ ਨਾਲ, ਜਿਹਦੀ ਸਿੱਖਿਆ ਤੇ ਤੁਰਨ ਨਾਲ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਦੁਨੀਆ ਦੇ ਕਿਸੇ ਮਨੁੱਖ ਨੂੰ ਪੁੱਛ ਕੇ ਵੇਖੋ, ਤੂੰ ਸੁਖੀ ਹੋਣਾ ਚਾਹੁੰਦਾ ਕਿ ਦੁਖੀ ਹੋਣਾ ਚਾਹੁੰਦਾ? ਹਰ ਇੱਕ ਮਨੁੱਖ ਦਾ ਜਵਾਬ ਹੋਏਗਾ, ਮੈਂ ਸੁਖੀ ਹੋਣਾ ਚਾਹੁੰਦਾ। ਪਰ ਸਵਾਲ ਇਹ ਪੈਦਾ ਹੁੰਦਾ, ਸੁੱਖ ਤੇ ਦੁੱਖ ਦੀ ਪਰਿਭਾਸ਼ਾ ਕੀ ਹੈ? ਕਿਸੇ ਬੰਦੇ ਨੂੰ ਅੱਧੀ ਰਾਤ ਆਪਣਾ ਘਰ ਛੱਡਣਾ ਪੈ ਜਾਏ, ਪਰਿਵਾਰ ਦੇ 2-3 ਹਿੱਸੇ ਹੋ ਜਾਣ, ਉਹਦੇ ਜ਼ਿੰਦਗੀ 'ਚ ਉਹਨੇ ਕਦੀ ਕਿਸੇ ਦਾ ਮਾੜਾ ਨਾ ਕੀਤਾ ਹੋਵੇ, ਹਰ ਵਕਤ ਚੰਗਾ ਕਰਮ ਕੀਤਾ ਹੋਵੇ, ਤੇ ਸਮਾਜ ਦੇ ਮੁਤਾਬਕ ਦੱਸਿਓ ਭਲਾ ਸੁੱਖ ਹੈ ਕਿ ਦੁੱਖ ਹੈ ਉਹਨੂੰ? ਸਮਾਜ ਦੇ ਲੋਕ ਤੇ ਕਹਿਣਗੇ ਬੜਾ ਦੁੱਖ ਹੈ ਬਈ। ਵੀ ਪਰਿਵਾਰ ਦੇ ਵੀ 3 ਹਿੱਸੇ ਹੋ ਗਏ, ਪਰਿਵਾਰ 'ਚੋਂ ਇੱਕ ਜੀ ਦਾ ਅੰਤਲਾ ਸਮਾਂ ਵੀ ਘਰ 'ਚ ਨਹੀਂ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਮਹਾਨ ਜੀਵਨ ਨੂੰ ਵੇਖ ਕੇ ਇੱਕ ਵਾਰੀ ਬੰਦਾ ਹੈਰਾਨ ਹੋ ਜਾਂਦਾ ਹੈ। ਜਿੰਨੇ ਪਰਿਵਾਰ ਦੇ ਜੀ ਨੇ, ਸਾਰਿਆਂ ਦਾ ਅੰਤਲਾ ਸਮਾਂ ਵੱਖ-ਵੱਖ ਥਾਵਾਂ 'ਤੇ ਆਉਂਦਾ। ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਸਾਹਿਬ ਦੀ ਗੜੀ ਵਿੱਚ, ਛੋਟੇ ਸਾਹਿਬਜ਼ਾਦੇ ਸਰਹੰਦ, ਫਤਿਹਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਤੇ ਮਿਸਾਲ ਹੀ ਨਹੀਂ ਦੁਨੀਆ 'ਤੇ ਮਿਲਦੀ। ਸੀਸ ਪੰਜਾਬ ਦੀ ਧਰਤੀ 'ਤੇ, ਧੜ ਦਿੱਲੀ ਦੀ ਧਰਤੀ 'ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਜੋਤੀ ਜੋ ਸਮਾਉਣ ਦਾ ਸਮਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਹੈ। ਹੁਣ ਮੈਂ ਗੱਲ ਸਿਰਫ ਇਹ ਕਹਿਣਾ ਚਾਹੁੰਦਾ, ਸੁੱਖ ਤੇ ਦੁੱਖ ਦੀ ਪਰਿਭਾਸ਼ਾ ਕੀ ਹੈ? ਕਿਸੇ ਤੇ ਕੋਈ ਇੱਦਾਂ ਦੀ ਵਿਪਤਾ ਪਈ ਹੁੰਦੀ, ਉਹਨਾਂ ਕਹਿਣਾ ਸੀ ਲੈ ਇੰਨਾ ਚੰਗਾ ਕੰਮ ਕਰਕੇ ਮਿਲਿਆ ਕੀ ਦੁੱਖ? ਪਰ ਪੁੱਛ ਕੇ ਵੇਖੋ, ਕੀ ਇਹ ਦੁੱਖ ਹੈ? ਸਾਡੇ ਮੁਤਾਬਕ ਦੁੱਖ ਹੈ। ਪਰ ਪਾਤਸ਼ਾਹ ਦੀ ਬਾਣੀ ਦੁੱਖ ਪਤਾ ਕਿਹਨੂੰ ਮੰਨਦੀ ਹੈ? ਦੁੱਖ ਤਦੈ ਜਾਂ ਵਿਸਰ ਹੈ। ਦੁੱਖ ਉਦੋਂ ਆ ਜਦੋਂ ਵਿਸਰਦਾ ਹੈ। ਜਿਵੇਂ ਆਪਾਂ ਗੁਰੂ ਅਰਜਨ ਸਾਹਿਬ ਦਾ ਵਾਕ ਪੜ੍ਹਦੇ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਉਹ ਆਪਣੇ ਬਿਰਧ ਦੀ ਸੰਭਾਲ ਕਰਦਾ, ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਤੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ, ਦੇਗ ਵਿੱਚ ਉਬਾਲਾ ਖਾਧਾ। ਦੇਗ ਵਿੱਚ ਉਬਾਲਾ ਖਾਣਾ, ਸੀਸ ਤੇ ਤੱਤਾ ਰੇਤਾ ਪੈਣਾ,
ਲੋਹ ਦੇ ਉੱਤੇ ਬਿਠਾਉਣਾ, ਸਰੀਰ ਛਾਲੇ ਛਾਲੇ ਹੋ ਜਾਣਾ, ਕੀ ਇਹ ਸਮਾਜ ਮੁਤਾਬਕ ਦੁੱਖ ਨਹੀਂ? ਬਾਣੀ ਦੁੱਖ ਕਿਹਨੂੰ ਮੰਨਦੀ ਹੈ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੁਲੈ ਦਾਰੂ ਲਾਏ। ਹੁਣ ਇੱਥੇ ਸ਼ਬਦ ਹੈ ਜਿਤ ਸੇਵਿਆ ਸੁਖ ਪਾਈ ਹੈ। ਜਿਹਨੂੰ ਸੇਵਣ ਦੇ ਨਾਲ, ਜਿਹਦੀ ਸਿੱਖਿਆ ਨੂੰ ਜ਼ਿੰਦਗੀ 'ਚ ਧਾਰਨ ਕਰਨ ਨਾਲ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸੋ ਸਾਹਿਬ ਸਦਾ ਸੰਭਾਲੀਐ। ਉਸ ਸਾਹਿਬ ਨੂੰ ਸਦਾ ਹੀ ਆਪਣੀ ਸੁਰਤ ਵਿੱਚ ਸੰਭਾਲਣਾ ਚਾਹੀਦਾ ਹੈ। ਦੁਨੀਆ ਦੇ ਅੰਦਰ ਹਰ ਵਸਤੂ ਨੂੰ ਸੰਭਾਲਣ ਦਾ ਵੱਖਰਾ ਵੱਖਰਾ ਪ੍ਰਬੰਧ ਕਰਦੇ ਅਸੀਂ ਆਪਣੇ ਘਰਾਂ 'ਚ। ਘਰ 'ਚ ਸੋਨਾ ਪਿਆ ਹੋਵੇ ਉਹਨੂੰ ਕਿੱਦਾਂ ਸੰਭਾਲੀਦਾ ਹੈ, ਕੱਪੜੇ ਪਏ ਉਹਨਾਂ ਨੂੰ ਸੰਭਾਲਣ ਦੇ ਤਰੀਕੇ ਵੱਖਰੇ ਨੇ, ਤੂੜੀ ਪੱਠੇ ਘਰਾਂ 'ਚ ਪਏ ਹੁੰਦੇ ਨੇ ਉਹਨਾਂ ਨੂੰ ਸੰਭਾਲਣ ਦੇ ਤਰੀਕੇ ਵੱਖਰੇ ਨੇ। ਘਰਾਂ 'ਚ ਸਾਡੇ ਰਸੋਈਆਂ ਵਿੱਚ ਜੋ ਸਮਾਨ ਪਿਆ ਹੁੰਦਾ, ਖੰਡ ਪੱਤੀ ਘਿਓ ਤੇਲ ਜੋ ਹੈ, ਉਹਨਾਂ ਨੂੰ ਸਾਂਭਣ ਦੇ ਵੱਖਰੇ ਵੱਖਰੇ ਤਰੀਕੇ, ਵੱਖਰੇ ਵੱਖਰੇ ਡੱਬੇ ਲਾਏ ਨੇ। ਹੁਣ ਸਾਹਿਬ ਨੂੰ ਕਿੱਥੇ ਸੰਭਾਲਣਾ ਹੈ? ਸਾਹਿਬ ਨੂੰ ਸੰਭਾਲਣ ਲਈ ਕਿਹੜਾ ਬਰਤਨ ਹੈ ਸਾਡੇ ਕੋਲ? ਇਹਦਾ ਵੀ ਜਵਾਬ ਗੁਰਬਾਣੀ 'ਚ ਹੈ। ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡਸਲ, ਤਿਸ ਵਿੱਚ ਤਿਸ ਨੂੰ ਰੱਖ। ਸਤਿਗੁਰੂ ਜੀ ਨੇ ਬਾਕਮਾਲ ਉਦਾਹਰਨਾਂ ਦੇ ਦੇ ਕੇ ਸਮਝਾਇਆ। ਪਹਿਲਾਂ ਤੇ ਸਮਝ ਖਸਮ ਕੌਣ ਹੈ? ਸੱਚ ਸਭਨਾ ਕਾ ਖਸਮ ਹੈ। ਸੱਚ ਖਸਮ ਹੈ ਤੇ ਖਸਮ ਨੂੰ ਸੰਭਾਲਣਾ ਕਿੱਥੇ ਹੈ? ਸੱਚ ਨੂੰ ਸੰਭਾਲਣ ਲਈ ਕੀ ਚਾਹੀਦਾ? ਸੁਰਤ ਰੂਪੀ ਭਾਂਡਾ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਏ। ਉਹ ਸਾਹਿਬ ਕਿਹੜਾ? ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਖਸਮ ਕੀ ਹੈ? ਸੱਚ ਸਭਨਾ ਕਾ ਖਸਮ ਹੈ। ਸੱਚ ਰੂਪੀ ਖਸਮ ਨੂੰ ਸੰਭਾਲਣ ਲਈ ਕੀ ਚਾਹੀਦਾ ਹੈ? ਭਾਂਡਾ। ਕਿਹੜਾ ਭਾਂਡਾ? ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਜਿਨ੍ਹਾਂ ਦੇ ਦਿਨ ਮਨਾ ਰਹੇ ਹਾਂ, ਵੇਖੋ ਜਦੋਂ ਸਾਡੇ ਇਤਿਹਾਸ ਅਸੀਂ ਸੁਣਾਉਂਦੇ ਹਾਂ ਜਾਂ ਸੁਣਦੇ ਹਾਂ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੰਜ ਪੇਸ਼ ਕੀਤਾ ਜਾਂਦਾ ਕਿ ਉਹਨਾਂ ਨੇ ਇਸਲਾਮ ਦੀ ਜੜ ਪੜ ਦਿੱਤੀ, ਇੱਦਾਂ ਦੇ ਸ਼ਬਦ ਬੋਲੇ ਜਾਂਦੇ। ਬਲਕਿ ਗੁਰੂ ਸਾਹਿਬ ਜੀ ਦਾ ਸਿਧਾਂਤ ਕਿਸੇ ਇਸਲਾਮ ਦੇ ਉਲਟ ਨਹੀਂ ਹੈ, ਕਿਸੇ ਮਜ਼ਹਬ ਫਿਰਕੇ ਦੇ ਉਲਟ ਨਹੀਂ ਹੈ। ਸਿੱਖੀ ਸਿਧਾਂਤਾਂ ਦੀ ਲੜਾਈ ਕਿਸੇ ਜਾਤੀ, ਫਿਰਕਾ, ਨਸਲ, ਕੁਲ, ਜਾਤ ਦੇ ਉਲਟ ਨਹੀਂ ਹੈ। ਗੁਰੂ ਸਾਹਿਬ ਜੀ ਦੀ ਜੰਗ ਜ਼ੁਲਮ ਦੇ ਵਿਰੁੱਧ ਹੈ। ਜ਼ੁਲਮ ਕਰਨ ਵਾਲਾ ਕੋਈ ਵੀ ਕਿਉਂ ਨਾ ਹੋਵੇ। ਜੇ ਗੁਰੂ ਸਾਹਿਬ ਇਸਲਾਮ ਦੇ ਉਲਟ ਹੁੰਦੇ ਤੇ ਗਨੀ ਖਾਂ ਤੇ ਨਬੀ ਖਾਂ ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ। ਸਭ ਤੋਂ ਵੱਡੀ ਮਿਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਕਾਲ ਜਿਹੜੀ ਵਾਪਰੀ ਹੈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਤੋਂ ਹੁੰਦਿਆਂ ਹੋਇਆਂ ਕੋਟਲਾ ਨਿਹੰਗ ਖਾਂ ਦੇ ਘਰ ਪਹੁੰਚਦੇ ਨੇ। ਮੁਸਲਮਾਨ ਹੈ ਤੇ ਬੜਾ ਪਿਆਰਾ ਸਿੱਖ ਹੈ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸਮੇਂ ਲਈ ਠਹਿਰਦੇ ਨੇ। ਪਿੱਛੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਕਿਉਂਕਿ ਇੱਕ ਜ਼ਾਲਮਾਂ ਨੂੰ ਰੋਕਣ ਵਾਸਤੇ ਬਾਬਾ ਅਜੀਤ ਸਿੰਘ ਤੇ ਭਾਈ ਬਚਿੱਤਰ ਸਿੰਘ ਪਿੱਛੇ ਖਲੋਤੇ ਨੇ। ਇਹਨਾਂ ਦੋਨਾਂ ਜਾਣਿਆਂ ਨੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਜਾਂਦੇ ਨੇ। ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਬਾਬਾ ਅਜੀਤ ਸਿੰਘ ਕੋਟਲਾ ਨਿਹੰਗ ਖਾਂ ਦੇ ਘਰ ਲੈ ਕੇ ਆਉਂਦੇ ਨੇ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉਸ ਵਕਤ ਉੱਥੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੈ ਕਿ ਦੁਸ਼ਮਣ ਪਿੱਛਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਸਕਦਾ। ਮਹਾਰਾਜ ਨੇ ਕੋਟਲਾ ਨਿਹੰਗ ਖਾਂ ਦੀ ਡਿਊਟੀ ਲਾਈ ਕਿ ਤੁਸੀਂ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਸੰਭਾਲ ਕਰੋ, ਅਸੀਂ ਇੱਥੋਂ ਨਾਲ ਸਿੱਖ ਲੈ ਕੇ ਤੇ ਅੱਗੇ ਜਾਂਦੇ ਹਾਂ। ਦੁਨੀਆ ਅੰਦਰ ਇੱਦਾਂ ਦੀ ਮਿਸਾਲ ਨਹੀਂ ਮਿਲੇਗੀ। ਕੋਟਲਾ ਨਿਹੰਗ ਖਾਂ ਆਪਣੇ ਘਰ, ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਹੈ, ਉਹਨੂੰ ਆਪਣੇ ਘਰ ਰੱਖਦੇ ਨੇ, ਉਹਦੀ ਸੇਵਾ ਸੰਭਾਲ ਕਰਦੇ ਨੇ। ਉਹਨਾਂ ਦੀ ਬੜੀ ਪਿਆਰੀ ਬੇਟੀ ਹੈ ਜਿਹਦਾ ਨਾਂ ਇਤਿਹਾਸ ਵਿੱਚ ਮੁਮਤਾਜ਼ ਕਰਕੇ ਆਉਂਦਾ ਹੈ। ਪਿੱਛੋਂ ਫੌਜ ਚੜ੍ਹੀ ਆ ਰਹੀ ਹੈ। ਸੂਈਆਂ ਨੂੰ ਖਬਰ ਮਿਲ ਗਈ, ਕਿਉਂਕਿ ਵਿੱਚੇ ਹੀ ਹੁੰਦੇ ਨੇ ਜਿਹੜੇ ਖਬਰਾਂ ਦੇਣ ਵਾਲੇ ਆ। ਕੋਟਲਾ ਨਿਹੰਗ ਖਾਂ ਦੇ ਉਸ ਘਰ ਨੂੰ ਘੇਰਾ ਪਾ ਲਿਆ, ਤਲਾਸ਼ੀ ਲੈਣ ਲੱਗੇ ਨੇ। ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਪਿਆ ਹੈ, ਉਹ ਕਮਰੇ ਦਾ ਦਰਵਾਜ਼ਾ ਬੰਦ ਹੈ। ਸਿਪਾਹੀ ਕਹਿੰਦੇ ਜੀ ਇੱਧਰ ਕੌਣ ਹੈ?
ਤੇ ਉਸ ਕਮਰੇ ਵਿੱਚ ਇੱਕ ਭਾਈ ਬਚਿੱਤਰ ਸਿੰਘ ਸਨ, ਦੂਜਾ ਕੋਟਲਾ ਨਿਹੰਗ ਖਾਨ ਦੀ ਬੇਟੀ ਮੁਮਤਾਜ਼ ਸੀ, ਕੁਵਾਰੀ ਸੀ ਅਜੇ ਉਹਦਾ ਨਿਕਾਹ ਹੋਣਾ ਸੀ। ਸਿਪਾਹੀ ਪੁੱਛਦੇ ਜੀ ਕੌਣ ਹੈ? ਕਹਿੰਦੇ ਮੇਰੀ ਧੀ ਤੇ ਮੇਰਾ ਜਵਾਈ ਹੈ ਜੀ। ਇਹ ਕਿਰਦਾਰ ਕਿੱਥੋਂ ਲੱਭੋਗੇ ਜੀ? ਇਸਲਾਮ ਦੇ ਉਲਟ ਪ੍ਰਚਾਰ ਇੱਕ ਕਰੈਕਟਰ ਕਿੱਥੋਂ ਲੱਭੋਗੇ? ਕਿਸੇ ਬਾਪ ਵਿੱਚ ਇੰਨੀ ਯੁਰਤ ਹੋਏਗੀ, ਇੰਨੀ ਦਲੇਰੀ ਕਰ ਪਾਏਗਾ? ਇਹਦਾ ਮਤਲਬ ਕਿੰਨਾ ਉਹਦੇ ਅੰਦਰ ਪਿਆਰ ਹੋਏਗਾ ਗੁਰੂ ਪ੍ਰਤੀ। ਸਿਪਾਹੀਆਂ ਨੇ ਹਿੰਮਤ ਨਹੀਂ ਕੀਤੀ, ਉਹਨਾਂ ਉਲਟੀ ਮਾਫੀ ਮੰਗੀ ਨਿਹੰਗ ਖਾਨ ਦੇ ਕੋਲੋਂ ਵੀ ਸਾਡੇ ਕੋਲੋਂ ਗਲਤੀ ਹੋ ਗਈ, ਉਹ ਅੱਗੇ ਚਲੇ ਗਏ। ਸਵੇਰੇ ਦਿਨ ਚੜ੍ਹਦਿਆਂ ਤੱਕ ਭਾਈ ਬਚਿੱਤਰ ਸਿੰਘ ਪ੍ਰਾਣ ਤਿਆਗ ਜਾਂਦੇ ਨੇ। ਕੋਟਲਾ ਨਿਹੰਗ ਖਾਨ ਦੇ ਘਰ ਵਿੱਚ ਇੱਕ ਖੂਹ ਹੈ, ਖੂਹ ਦੇ ਲਾਗੇ ਸਵੇਰੇ ਪਿੰਡ ਦੇ ਹੀ 2 ਵਿਅਕਤੀ ਸੱਦੇ ਗਏ। ਕੋਟਲਾ ਨਿਹੰਗ ਖਾਨ ਦੇ ਘਰ ਦੇ ਵਿੱਚ ਹੀ ਉਹਨਾਂ ਦਾ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ ਗਿਆ। ਜਿੱਥੇ ਮੁਮਤਾਜ਼ ਦੀ ਮੰਗਣੀ ਹੋਈ ਸੀ, ਥੋੜ੍ਹੇ ਸਮੇਂ ਬਾਅਦ ਜਦੋਂ ਮੁਮਤਾਜ਼ ਨੂੰ ਪੁੱਛਿਆ ਗਿਆ ਤੇਰਾ ਹੁਣ ਨਿਕਾਹ ਕਰਨਾ ਹੈ, ਤੇ ਉਸ ਧੀ ਦਾ ਜਵਾਬ ਸੀ ਮੈਂ ਹੁਣ ਸੁਹਾਗਣ ਹਾਂ, ਮੇਰਾ ਪਤੀ ਦੁਨੀਆ ਤੋਂ ਚੜ੍ਹਾਈ ਕਰ ਚੁੱਕਾ ਹੈ। ਮੇਰੇ ਬਾਪ ਨੇ ਜਦੋਂ ਇੱਕ ਵਾਰ ਕਹਿਤਾ ਕਿ ਮੇਰਾ ਧੀ ਜਵਾਈ ਪਿਆ, ਮੈਂ ਬਚਿੱਤਰ ਸਿੰਘ ਦੀ ਪਤਨੀ ਹਾਂ। ਉਸ ਧੀ ਨੇ ਦੁਬਾਰਾ ਵਿਆਹ ਨਹੀਂ ਕਰਾਇਆ। 130 ਸਾਲ ਦੀ ਉਮਰ ਭੋਗ ਕੇ ਉਹ ਦੁਨੀਆ ਤੋਂ ਜਾਂਦੀ ਹੈ ਕਰੈਕਟਰ ਕੋਈ? ਇਸ ਕਿਰਦਾਰ ਦਾ ਕੋਈ ਮੁਕਾਬਲਾ ਹੋਏਗਾ? ਇੱਥੇ ਪਤਾ ਨਹੀਂ ਅਸੀਂ ਆਪਣੇ ਰੋਲ ਮਾਡਲ ਕਿਹਨਾਂ ਨੂੰ ਬਣਾ ਕੇ ਬੈਠ ਗਏ ਹਾਂ। ਉਸ ਧੀ ਦਾ ਸਤਿਕਾਰ ਅੱਜ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਮੈਂ ਸਿਰਫ ਇਹ ਦੱਸਣਾ ਚਾਹੁੰਦਾ, ਜਿੱਥੇ ਮਹਾਨ ਗੁਰੂ ਕੇ ਪਿਆਰੇ ਸਿੱਖਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਨੇ, ਨਿਹੰਗ ਖਾਨ ਦੀ ਕੁਰਬਾਨੀ ਕਿਸੇ ਗੱਲੋਂ, ਉੱਚੀ ਬੋਲੋ ਪਿਆਰਿਓ, ਘੱਟ ਨਹੀਂ। ਜਿਹੜਾ ਆਪਣੀ ਕੁਆਰੀ ਧੀ ਨੂੰ, ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਹੈ, ਉਹ ਕਹਿੰਦਾ ਮੇਰੀ ਧੀ ਤੇ ਮੇਰਾ ਜਵਾਈ ਪਿਆ। ਤੇ ਇਹ ਤੋਂ ਇੱਕ ਗੱਲ ਕੀ ਮਿਲਦੀ ਹੈ, ਕਿੰਨੀ ਲਾਇਕ ਬੱਚੀ ਹੋਏਗੀ, ਬਾਪ ਦੇ ਮੂੰਹ ਚੋਂ ਨਿਕਲੇ ਹੋਏ ਬਚਨਾਂ ਨੂੰ ਉਹਨੇ ਅਖੀਰਲਾ ਸੱਚ ਮੰਨ ਲਿਆ। ਇੱਥੇ ਕਈ ਵਾਰੀ ਮਾਂ ਬਾਪ ਦੀਆਂ ਧੱਜੀਆਂ ਉਡਾ ਦਿੰਦੇ ਨੇ ਸਾਡੇ ਬੱਚੇ। ਜਿਹਨੂੰ ਸਾਡਾ ਅਜੋਕਾ ਸਮਾਜ ਲਵ ਮੈਰਿਜ ਕਹਿੰਦਾ, ਉਹ ਸਮਾਂ ਪਾ ਕੇ ਵਿੱਚੋਂ ਲਵ ਉੱਡ ਜਾਂਦਾ ਹੈ, ਇਕੱਲੀ ਖੋਖੀ ਜੀ ਥੋਥੀ ਜੀ ਮੈਰਿਜ ਰਹਿ ਜਾਂਦੀ ਆ। ਜਿੱਥੇ ਮਾਂ ਬਾਪ ਦੀ ਸਹਿਮਤੀ ਹੋਏਗੀ, ਧੀ ਪੇਕੇ ਦੱਸਣ ਜੋਗੀ ਵੀ ਹੋਏਗੀ, ਸਹੁਰਿਆਂ ਨੂੰ ਵੀ ਪਤਾ ਹੋਏਗਾ ਪਿੱਛੇ ਭਰਾ ਨੇ, ਤਾਏ ਚਾਚੇ ਨੇ, ਕਿਸੇ ਚੰਗੇ ਅਣਖੀ ਖਾਨਦਾਨ ਦੀ ਬੱਚੀ ਹੈ। ਗੁੱਸਾ ਨਾ ਮਨਾਇਓ, ਜਿਹੜੀਆਂ ਧੀਆਂ ਆਮ ਮੁਹਾਰੇ ਇਹੋ ਜਿਹਾ ਕਦਮ ਚੁੱਕਦੀਆਂ, ਫਿਰ ਸਮਾਂ ਪਾ ਕੇ ਪਰਿਵਾਰ ਵੀ ਅੱਗਿਓਂ ਟੌਰਚਰ ਕਰਦਾ। ਕੋਈ ਵੱਖਰਾ ਹੀ ਹੋਏਗਾ, ਕੋਈ ਵਿਰਲਾ ਹੀ ਹੋਏਗਾ ਜਿਹੜਾ ਇਦਾਂ ਨਹੀਂ ਕਰੇਗਾ। ਧੀਓ, ਤੁਹਾਡੇ ਗਾੜੀ ਹੱਥ ਜੋੜ ਕੇ ਬੇਨਤੀ ਆ, ਮਾਂ ਨਾਲੋਂ ਵੱਧ ਕੋਈ ਪਿਆਰ ਨਹੀਂ ਕਰ ਸਕਦਾ। ਜਿਹੜਾ ਆਂਦਾ ਨਾ ਮੈਂ ਪਿਆਰ ਹੋ ਗਿਆ ਮੈਨੂੰ, ਪਿਓ ਨਾਲੋਂ ਵੱਧ ਪਿਆਰ ਕਰ ਲੂ ਕੋਈ? ਬੋਲੋ ਮੇਰੇ ਵੀਰੋ, ਪਿਓ ਨਾਲੋਂ ਵੱਧ ਕੋਈ ਧੀ ਨੂੰ ਪਿਆਰ ਕਰਦਾ ਹੋਏਗਾ? ਕੋਈ ਭਰਾ ਨਾਲੋਂ ਆਪਣੀ ਭੈਣ ਨੂੰ ਵੱਧ ਪਿਆਰ ਕਰਦਾ ਹੋਏਗਾ? ਉਹ ਪਿਆਰ ਨਹੀਂ ਹੁੰਦਾ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਉਹ ਕੁਝ ਸਮੇਂ ਦੀ ਹਵਸ਼ ਹੁੰਦੀ ਹੈ। ਸਿਰ ਨੂੰ ਚੜ੍ਹੀਆਂ ਹੋਈਆਂ ਕਾਮ ਵਾਸ਼ਨਾਵਾਂ ਨੇ, ਜਿਹੜੀਆਂ ਵਕਤੀ ਹੁੰਦੀਆਂ ਨੇ, ਸਮਾਂ ਪਾ ਕੇ ਲੈ ਜਾਂਦੀਆਂ ਨੇ। ਮਾਂ ਬਾਪ ਕਦੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਸੋਚਦੇ, ਪਰ ਕੁਝ ਸਮੇਂ ਲਈ ਅੱਖਾਂ 'ਤੇ ਪੱਟੀਆਂ ਵੱਜ ਜਾਂਦੀਆਂ ਨੇ। ਜਦੋਂ ਇਹੋ ਜਿਹੀਆਂ ਅਸੀਂ ਘਟਨਾਵਾਂ ਪੜ੍ਹਾਂਗੇ, ਇਹ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਇਹ ਦਾਦਿਆਂ ਪੜਦਾਦਿਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ, ਨਲਾਇਕਾਂ ਨੂੰ ਲਾਇਕ ਬਣਾ ਦਿੰਦੀਆਂ ਨੇ, ਵਿਗੜਿਆਂ ਨੂੰ ਸੁਧਾਰ ਦਿੰਦੀਆਂ ਨੇ। ਹਰ ਸਾਲ ਅਸੀਂ ਸਾਖੀਆਂ ਇਤਿਹਾਸ ਦੀਆਂ ਸੁਣਦੇ ਹਾਂ, ਸੁਣਾਉਂਦੇ ਹਾਂ। ਇਹਨਾਂ ਸਾਖੀਆਂ 'ਚੋਂ ਆਪਣੀ ਜ਼ਿੰਦਗੀ 'ਚ ਕੁਝ ਲਾਗੂ ਕਰਕੇ ਵੇਖੋ। ਬਾਕਮਾਲ ਇਤਿਹਾਸ ਹੈ ਸਾਡੇ ਗੁਰੂ ਪਾਤਸ਼ਾਹ ਦਾ। ਇੱਕ ਨਹੀਂ ਆਸ਼ਕੀ ਦੂਜਾ ਲੱਗਿਆ ਜਾਏ, ਨਾਨਕ ਆਸ਼ਕ ਕਾਂਢੀਐ ਸਦ ਹੀ ਰਹਿ ਸਮਾਏ। ਆਸ਼ਕ ਉਹ ਆ ਜਿਹੜਾ ਸਦਾ ਹੀ ਸਮਾਇਆ ਰਵੇ। ਗੁਰ ਕਿਰਪਾ ਜੇ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਦੋਂ ਇੱਦਾਂ ਦੀ ਗੱਲ ਸਾਨੂੰ ਸਮਝ ਆਏਗੀ, ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਨਿਵੇਕਲਾ ਹੋਏਗਾ। ਸਾਨੂੰ ਸਮਝ ਆਏਗੀ ਪਾਤਸ਼ਾਹ ਦੀ ਬਾਣੀ ਕਹਿੰਦੀ ਕੀ ਹੈ। ਤੇ ਉਸ ਮੁਮਤਾਜ਼ ਦਾ ਸੁਨਹਿਰੀ ਅੱਖਰਾਂ ਵਿੱਚ ਨਾਂ ਲਿਖਿਆ ਗਿਆ, ਉਹਨੂੰ ਯਾਦ ਕੀਤਾ ਗਿਆ। ਉਹ ਇੱਕ ਮੀਲ ਪੱਥਰ ਸਾਬਤ ਹੋਈ ਧੀ।
कि इदां दा किरदार भी धीआं दा बच्चियां दा हो सकदा है। दूजी बीबी हरशरण कौर जिन्हें वड्डे साहिबजादियां दा ते सिखां दा संस्कार कीता सी। ये ਉਹ ਧੀਆਂ ने सिख कौम दियां जिन्हां नूं गुरु गोबिंद सिंह महाराज दियां धीआं होण दा माण मिलिਆ, जिन्हां नूं समझना विचारना बहुत जरूरी है। जदों साहिबजादे ते अनेकां गुरु के सिख चमकौर साहब की गढ़ी अंदर शहादत का जाम पी जाते हैं, ढंडोर च ही आउंदा है, वो डग्गा इलाके दे विच उच्ची उच्ची बोलता है बागी गुरु गोबिंद सिंह ते उन्हां दे सिख ते उन्हां दे साहिबजादे असीं सदा लई खत्म कर दिते ने। हुण उन्हां दे मुताबिक तां गुरु गोबिंद सिंह भी सदा लई खत्म हो गए ने। उन्होंने तो इहो सोचा क्योंकि चमकौर साहब की गढ़ी च वो तो बाद पता लगा भी गुरु गोबिंद सिंह महाराज तां ये दुश्मनां दे मूँह ते बहुत वड्डी चपेड़ सी कि 6 महीनों तो वध आनंदपुर साहब नूं घेरा पाउण तो बाद भी ते एक खत जे ते औरंगजेब दे सैन सन, कुरान दियां कसमां खा के गऊ दियां कसमां खा के सारा कुछ करन तो बाद आनंदपुर का किला भी खाली करा लिया, पर वो गुरु गोबिंद सिंह नूं फड़ नहीं पाए। ये बड़ी वड्डी समय की सरकार की हार सी। आ किसानी अंदोलन च ना जिहड़े 3 काले कानून किसानां ने वापस कराए ने, ये किते ना किते सिहरा साडे सिख कौम के वडमुले इतिहास नूं जांदा है। किते ना किते दृढ़ता पूर्ण विश्वास भरोसा जिहड़ा सी अगवाई ये गुरु के इतिहास गुरु दियां बाणी ने कीती है। भी जिहड़ी जुबान ना PM ने अंदोलन जी भी शब्द बोले सी ते उसे जुबान ना शब्द कहने पे मैं समुचे किसानां ते किरतियां कोलों मजदूरां कोलों हथ जोड़ के माफ़ी मंगदा हाँ ते असीं 3 काले कानून वापस लैने हाँ। ये कोई गल छोटी नहीं सी, ये गल बहुत वड्डी सी भी केंद्र सरकार वालों पास किए हुए 3 काले कानून लगातार भावें 1 साल 13 दिन उत्थे बहना पिया, पर वह शब्द जिहड़ी जुबान चों कढ़े किसानां ने किरतियां ने भावें चौंकड़े मार के उत्थे लगातार अंदोलन लड़िया, वो लफ्ज़ उहदे मूँह च वापस पाए। ये बहुत वड्डी गल सी। इहदा अर्थ गुरु साहब की सिक्ख्या गुरु साहब की बाणी की प्रेरणा सानू अंदरों मजबूत करती है। अज पता नहीं असीं की कच करड़ सुनी जाने, असीं तां जो कुछ साडा जिद्दां दा कल्चर है, जो कुछ असीं सुनते हैं वेखते हैं, साडा मन भी उदां दा बनी जाता है। एवें नहीं सी गुरु पातशाह ने आख्या सी मेरे माधो जी, बोलो सारे, सत संगत मिलै जिहड़ा मन है ये विचार है। ध्यान ना सुनियो इस गल। मन की है? पढ़िया लिखियां मेरियां बच्चियां मेरियां भैणां मेरे नौजवान वीर बैठे, मन की है? मन है विचार। जिवें सौखा समझो, एक सीमेंट की कंध जे डिग पवे 2-4 इट्टां लै जाण, उहदी रिपेयर काहदे नाल करांगे? सीमेंट नाल ही, क्योंकि सीमेंट की कंध है, सीमेंट नाल ही रिपेयर होएगी। जे कच्ची कंध मिट्टी की डिग पवे वो काहदे नाल रिपेयर करांगे? मिट्टी नाल ही। कुदरती गल है, जिहदे नाल जिहड़ी चीज़ बनी है उहदी रिपेयर भी उसे नाल ही होएगी। अच्छा, जे सोना टुट जाए तो सोने नूं जोड़िया भी सोने नाल ही जाएगा, भावें अग की लोड़ पवे सानूं। जे लोहा टुटू, आ लोहे के संगल टुट जाते आ, आपां वेल्डिंग दे करन वाले को लैके जाने, वो लोहे नाल ही जोड़दा। मेरियां भैणां नूं पता, कोई कपड़ा फट जाए नवां, जिन्हों रफू करते आपां, उस कपड़े चो कपड़ा लैके उन्होंने रफू किया जाता। पता होंदा भी कपड़ा महंगा है, 200-400 रुपए मीटर है, भी बहुत सोहना कपड़ा, इनू रफू कर लो। जे कपड़े नूं उस कपड़े चो कपड़ा लैके रफू करते, यानी कि जे मिट्टी की कंध बनी है तो उन्होंने मिट्टी नाल ही रिपेयर करना। मन की है? शब्द। तो इसकी रिपेयर भी शब्द नाल ही होनी है। इसे करके आख्या सी गुर कै शब्द बनावो ए मन। जे सानू को पुछे असी गुरुद्वारे की लैण आउंदे आ, असी अपना मन बनाउण, जिवें आपां नहीं कई वारी कहंदे तू जाना नहीं उधर, नहीं मेरा मन नहीं करता, इसदा मतलब की भला? यानी कि मेरे विचार नहीं हैगे। हुण मेरा मन कर आया है, मैं चलिया उधर नूं, तुहाडे विचार बदल गए ना।
मेरा नहीं मन करता, मेरा ਉਹਦੇ ਨਾਲ मन नहीं मिलता ਹੁਣ, यानी कि मेरे ਹੁਣ ਉਹਦੇ ਨਾਲ विचार। साध संगत जी ध्यान ना सुनियो, पति पत्नी लावां हो जान, ये लावां होनियां ही पति पत्नी नहीं, एक जोत विचार मिलने बहुत जरूरी है। जे विचार ना मिलते होण, कोठियां भावें 5 ਦੀਆਂ 10 होण, जिन्ना मर्जी घर दे विच पैसा सोना हीरे जवाहरात होण, जे विचार ना मिलते होण ते कई वारी औरत अक्की ये गल कह दिंदी है, ਇਹਦੇ ਨਾਲੋਂ मेरा माँ बाप किसी दिहाड़ी करन वाले दे लड़ ला दिंदा। सवेरे कमा के शामी मैनू लिया के कम से कम असी दुख सुख तो फोलदे, सानू कई वारी लगदा वो किड्डी वड्डी कोठी है, किदां लड़ियां जगमग जगमग करदियां, किदां घर च चानण है, ते जिहड़े विच रहण वाले वो कहंदे ये लड़ियां तुसीं लै लो। असी इन्हां लड़ियां नूं की करना बई, एक जोत धन फिर इन्हां आखियन बहन इकट्ठे होए, एक जोत दोए मूर्ति धन फिर कही है सोए। एक जोत का अर्थ है विचार एक होने बहुत जरूरी ने, जिहड़े अज नहीं हैगे, ये विचार होने बहुत जरूरी। इस तो पता लगता कि इतिहासक घटनावां सानू अंदरों कायम करदियां ने, सानू अंदरों तैयार करदियां ने। हर साल आपां सुनते हैं साहिबजादे नीहां चने गए, वो मैदान जंग विच लड़ के शहीद होए। सवाल ये पैदा हुंदा उहदे चों मैं सिੱਖਿਆ की, मैं अपने पल्ले की बद्धा। सवाल ये है, वो तो कर गए कुर्बानी, वो तो महान कुर्बानियां कर गए। वेखिया ये जाना भी असीं की कीता है, असीं उन्हां घटनावां चों की सिੱਖਿਆ है। जे मैं वारस होवां बाबा फतेह सिंह दा, वारस होवां बाबा जोरावर सिंह दा, ते वीरवार हाथ विच फड़ी होवे तेल वाली सीसी, ते मैं किसी कबर ते किसी मठी ते दीवा जगाउण जांदा होवां, ईमानदारी नाल जवाब दिओ, मैनूं वारस अखवाउण दा हक है? होवां मैं बाबा जोरावर सिंह ते बाबा फतेह सिंह दा वारस, ते देहधारी बाबे नूं उच्चे थां ते बिठा के ते उहदे पैरां विच आप बैठा होवां, कि मैनूं बाबा फतेह सिंह दा पैरोकार अखवाउण दा हक है कि मैं उन्हां दे पाए हुए पूरनियां ते तुर रहा हाँ? आ हुण 22 दियां इलैक्शनां होणीਆਂ ने, हुण तो तैयारी शुरू हो गई है कि अज साडे विच ये अणख गैरत स्वैमान है। असीं कोई चंगी लीडरशिप, कोई चंगा नेता, जे फिर शराब दियां बोतलां ते फिर असीं लीडरां दे पैरां विच जाके बहना, कित्थे उन्हां दा महान इतिहास ते कित्थे असीं झंडियां। आ हुण फतेहगढ़ साहब दे दिन चल रहे ने ना, कोई टावा होएगा जिन्हों साहिबजादियां बारे पता होएगा। अजकल तो ना वट्सएप ते साहिबजादियां दी फोटो भेज के ही कहंदे ने साहिबजादियां दे शहीदी दिन चल रहे ने, 2 अखर नहीं लिख पा सकते कि साहिबजादियां ने कुर्बानियां किहड़ियां कीतियां। 25 दसंबर नूं क्रिसमस डे आउंदा, किदां बच्चे तैयार करके स्कूलों भेजदे आ। बाहरलियां देशां साडियां पंजाबियां नूं वो मैसेज करदे, साडे पंजाबी उन्हां नूं करदे। करो, चलो तुसीं उस कल्चर च रहिंदे हो, तुसीं उस माहौल च रहिंदे हो, तुहाडे नाल उहदी कोई सांझ है, मैं तो मना नहीं करदा। पर जे तुसीं भी 6 पो 22 दसंबर तो लैके 27-28 दसंबर का इतिहास लिख के 5-7 लाइनां च इंग्लिश विच उन्हां नूं अग्गेों मैसेज कर दिओ कि वो पढ़नगे नहीं, वो याद नहीं करनगे भी तुहाडी कौम च एडे एडे महान योधे होए आ। पर गल फिर उही आ, अगलियां ने अपना लोहा भी वेच लिया, सानू अपना सोना भी दुनिया अगे रखना ना आया। सानू तो अपना सोना किड्डा कीमती इतिहास है साडा, दस पाए हैं जी। एक गल पक्की आ, जिदन साडे बच्चियां नूं बाहरों किसी ने दस दिता ना कि तुहाडे घर विच एडे एडे योधे पैदा होए सी, जिन्हां 7 ते 9 साल की उम्र च सूबे सरहद की कचहरी च बाकमाल सवाल जवाब किए सी, उदन साडे बच्चे पक्की गल है सानू लाहनतां पाउणगे। वो जमीन 2 किले घट दे जांदा, कोठी वड्डी दी जगह छोटी दे जांदा, कारोबार वड्डी दी जगह मैनू छोटा दे जांदा। पर मेरे बाप, मेरी माँ, मेरी ये दादीए मरण तो पहला कम से कम मैनू अपने इतिहास बारे तो दस जाती। ये किहने दसना जी? ये किहदी जिम्मेवारी है? बोलो साध संगत, माँ बाप की। जो घर च असीं नां लैना ही नहीं, मैनू अज भी याद है, टोरंटो की गल है,
ਉੱਥੇ ਡਿਕਸੀ ਗੁਰਦੁਆਰੇ ਦੀਵਾਨ ਚੱਲ ਰਿਹਾ ਸੀ ਤੇ ਉੱਥੇ ਇੱਕ ਬਾਬਾ ਜਿਹਦੇ ਕਾਫੀ ਪੈਰੋਕਾਰ ਰਹਿੰਦੇ ਨੇ, ਆ ਸੁਣ ਲੈਣੀ ਉਹਨਾਂ ਨੇ ਇਹ ਕਥਾ, ਉਹਨਾਂ ਨੇ ਵੀ, ਇਹ ਮੈਂ ਕਈ ਵਾਰ ਅੱਗੇ ਵੀ ਗੱਲ ਕੀਤੀ ਹੈ, ਤੇ ਉਹ ਮਾਣ ਨਾਲ ਗੱਲ ਦੱਸਣ। ਉਹ ਕਹਿੰਦੇ ਜੀ ਸਾਡੇ ਇੱਥੋਂ ਬਾਬਾ ਜੀ ਪੰਜਾਬ ਸੰਗਤ ਲੈ ਕੇ ਜਾਂਦੇ ਆ, ਯਾਨੀ ਕਿ ਬਾਬਾ ਦੇ ਪੰਜਾਬ 'ਚ ਸੰਗਤ ਉੱਥੋਂ ਆਉਂਦੀ ਹੈ, ਸਮਝ ਤੁਸੀਂ ਵੀ ਜਾਣੀ ਹੈ ਗੱਲ ਅੱਧੀ ਅੱਧੀ। ਉਹ ਉੱਥੋਂ ਸਪੈਸ਼ਲ ਪਲੇਨ ਆਉਂਦਾ ਕੈਨੇਡਾ ਤੋਂ, ਦਿੱਲੀ ਏਅਰਪੋਰਟ 'ਤੇ ਉਤਰਦਾ, ਅੱਗਿਓਂ ਬਾਬਿਆਂ ਦੀਆਂ ਬੱਸਾਂ ਜਾਂਦੀਆਂ, ਉੱਥੋਂ ਏਅਰਪੋਰਟ ਤੋਂ ਲੈ ਕੇ ਸਿੱਧੀਆਂ ਬੱਸਾਂ ਡੇਰੇ ਜਾਂਦੀਆਂ। ਇੱਕ ਮਹੀਨਾ ਉਹ ਡੇਰੇ ਰਹਿੰਦੇ ਆ, ਡੇਢ ਮਹੀਨਾ ਡੇਰੇ ਰਹਿੰਦੇ ਆ। ਉੱਥੇ ਬਹੁਤ ਵਧੀਆ ਉਹਨਾਂ ਦੇ ਘਰ ਬਣੇ ਹੋਏ ਆ, ਤੇ ਬਣਾਏ ਵੀ ਵਿਦੇਸ਼ੀਆਂ ਨੇ ਆ। ਮਹੀਨਾ ਡੇਢ 2 ਮਹੀਨੇ ਡੇਰੇ ਸੇਵਾ ਕਰਕੇ ਤੇ ਫਿਰ ਉੱਥੋਂ ਬੱਸਾਂ 'ਚ ਬਹਿ ਕੇ ਫਿਰ ਦਿੱਲੀ ਏਅਰਪੋਰਟ ਤੋਂ ਫਿਰ ਵਾਪਸ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੇ ਨੇ। ਉਹ ਮੈਨੂੰ ਮਾਣ ਨਾਲ ਦੱਸਣ, ਦਿਨ ਵੇਲੇ ਉਹਨਾਂ ਦੱਸਿਆ, ਮੇਰੇ ਕੋਲ ਰਿਹਾ ਨਹੀਂ ਗਿਆ। ਫਿਰ ਮੈਂ ਰਾਤ ਦੇ ਦੀਵਾਨ 'ਚ ਗੱਲ ਕਹੀ, ਮੈਂ ਕਿਹਾ ਜੀ ਡੇਰੇ ਤੋਂ ਬਿਨਾਂ ਹੋਰ ਕਿਤੇ ਨਹੀਂ ਜਾਂਦੇ ਤੁਸੀਂ? ਕਿਤੇ ਨਹੀਂ, ਡੇਰੇ 'ਚੋਂ ਮੁੜ ਆਈਦਾ ਵਾਪਸ, ਕਿਉਂਕਿ ਮਹੀਨਾ ਡੇਢ 2 ਮਹੀਨੇ ਅਸੀਂ ਇੱਥੇ ਛੁੱਟੀਆਂ ਲਈਆਂ ਹੁੰਦੀਆਂ, ਉੱਥੇ ਜਾਈਦਾ, ਸੇਵਾ ਕਰੀਦੀ ਆ, ਪਾਠ ਕਰੀਦੇ ਆ, ਸਿੱਧੀਆਂ ਬਾਬਿਆਂ ਦੀਆਂ ਬੱਸਾਂ ਆਉਂਦੀਆਂ, ਉੱਥੋਂ ਵਾਪਸ ਮੁੜ ਆਈਦਾ। ਮੈਂ ਕਿਹਾ ਫਿਰ ਜਦੋਂ ਫਤਿਹਗੜ੍ਹ ਸਾਹਿਬ ਲਾਗੋਂ ਬੱਸ ਲੰਘਦੀ ਹੋਣੀ ਆ, ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਇੱਕ ਗੱਲ ਤੇ ਪੱਕਾ ਕਹਿੰਦੇ ਹੋਣੇ ਆ ਕਿ ਮਹਾਰਾਜ ਇਹਨਾਂ ਤੋਂ ਮੈਨੂੰ ਵਾਰ ਕੇ ਗਿਆ, ਇਹਨਾਂ ਦੇ ਬਦਲੇ ਸਾਡਾ ਸੰਸਕਾਰ ਵੀ ਨਹੀਂ ਉਹ ਕੀਤਾ। ਮੈਂ ਕਿਹਾ ਪੱਕੀ ਗੱਲ ਹੈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਨੂੰ ਇੱਕ ਗੱਲ ਤਾਂ ਪੱਕਾ ਕਹਿੰਦੇ ਹੋਣਗੇ ਵੀ ਇਹਨਾਂ ਬਦਲੇ, ਜਿਹੜੇ ਅੱਜ ਡੇਰਿਆਂ ਦੀ ਖਾਕ ਛਾਣਦੇ ਫਿਰਦੇ ਨੇ, ਜਿਹੜੇ ਅੱਜ ਦੇਹਧਾਰੀ ਬਾਬਿਆਂ ਦੀਆਂ ਪਰਿਕਰਮਾ ਕਰਦੇ ਫਿਰਦੇ ਨੇ। ਮੈਂ ਕਿਹਾ ਤੁਹਾਡੇ ਨਾਲੋਂ ਤਾਂ ਅੱਲਾ ਯਾਰ ਖਾਂ ਜੋਗੀ ਚੰਗਾ, ਜਿਹਨੇ ਆਖਿਆ ਏਕ ਹਿੰਦ ਮੈਂ ਤੀਰਥ ਹੈ। ਉਹਨੂੰ ਕਿਸੇ ਨੇ ਪੈਸੇ ਦਿੱਤੇ ਸੀ ਇਹ ਗੱਲ ਲਿਖਾਉਣ ਲਈ? ਪਰ ਆਤਮਾ ਪਵਿੱਤਰ ਸੀ ਉਹਦੀ। ਕਹਿੰਦਾ ਪੂਰੇ ਭਾਰਤ ਵਿੱਚੋਂ ਜੇ ਕੋਈ ਸਿਰ ਝੁਕਾਉਣ ਤੀਰਥ ਸਥਾਨ ਨਾ, ਇੱਕ ਬੰਨੇ ਬਾਣੀਆਂ ਦੀ ਨਹਾਵਣ ਕੋ ਤੀਰਥ ਘਣੇ, ਨਹਾਉਣ ਲਈ ਤੀਰਥ ਸਥਾਨ ਬਹੁਤ ਹੈ, ਪੂਜਣ ਕੋ ਬਹੁਤ ਦੇਵ, ਪੂਜਣ ਲਈ ਕਿਤੇ ਦੇਵੀ ਦੇਵਤੇ ਘੱਟ ਨੇ, ਜਦੋਂ ਨੂੰ ਮਰਜ਼ੀ ਮੂੰਹ ਕਰੋ ਉੱਧਰ ਹੀ ਦੇਵੀ ਦੇਵਤਾ ਕੋਈ ਨਾ ਕੋਈ ਬੈਠਾ। ਨਹਾਉਣ ਨੂੰ ਤੀਰਥ ਸਥਾਨ ਘੱਟ ਨੇ? ਇਤਿਹਾਸਕ ਤੀਰਥ ਸਥਾਨਾਂ ਤੋਂ ਬਿਨਾਂ ਕਿੰਨੇ ਲੋਕਾਂ ਨੇ ਆਪਣੇ ਆਪਣੇ ਡੇਰਿਆਂ 'ਚ ਬੱਚੇ ਬਣਾਏ ਹੋਏ ਨੇ, ਜਿੱਥੇ ਮਰਜ਼ੀ ਚੁੱਭੀ ਮਾਰ ਕੇ ਇਸ਼ਨਾਨ ਕਰ ਲਓ। ਨਹਾਵਣ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਣ ਕੋ ਬਹੁ ਦੇਵ, ਪੂਜਣ ਲਈ ਕਿਤੇ ਦੇਵੀ ਦੇਵਤੇ ਥੋੜੇ ਨੇ। ਪਰ ਅੱਲਾ ਯਰਖਾਂ ਜੋਗੀ ਕਹਿੰਦਾ ਏਕ ਹਿੰਦ ਮੈਂ ਤੀਰਥ ਹੈ। बोलो सारे, यात्रा के लिए। मैं कहा कभी सुनिया पंक्तियां तुसी? मैं कहा कभी डेरिया चो तुहानू ये पंक्तियां को सुनाऊ? अगलियां नू पता है जिदण ये पंक्तियां असी सुनातियां साडियां डेरियां दियां रौनकां घट जाणियां ते फतेहगढ़ साहिब दियां रौनकां वध जाणियां। दस्सिओ जे मैं गलत होया ते गड्डी च बहन तो पहला मेरा गुट फड़ लिओ, घुट के दस भी सुना के जा तू गलत बोलिया। अज होया कि नहीं होया? बोलो मेरियो भैणो। डर पाया सानू, साडे मूहां नू लौक लाते आ, सानू धार्मिक तौर पर इमोशनल ब्लैकमेल करके लुटिया गया है, सानू इदां कमले जे करके छड़ दिता है, ना इधर जोगे ना उधर जोगे। कोई डेरेदार ये पंक्तियां क्यों सुनाऊ? उन्हें कहना जे किते इन्हां नू अर्थ समझ आ गए, इन्हां ने तां फतेहगढ़ साहब चमकौर साहब वाल नूं जाण लग पैना, फिर साडे डेरे मस्सिया पुन्निया ते मत्थे टेकण कौन आऊ? वो तो डेरे चलते इस करके इत्थे मस्सिया लगदी। बोलो भाई, इत्थे पुन्निया लगदी, इत्थे मस्सिया ते इन्ने इशनान करो, इत्थे पुन्निया ते इन्ने इशनान करो, इत्थे संगराम ते आओ, इत्थों दुध मिलदा ते इत्थों पुत्त मिलदा। मैं सब तो पहला तुहाडा धन्नवाद करदा। ਜਦੋਂ मैं आन के तुहाडा पोस्टर पढ़िया ना, सच्ची गल कहना मन खुश होया एक पक्षों ते भी शुक्र है किते पिंडां दीयां कमेटियां, पिंडां दे वीर इदां जागे ते रल के असीं अपने गुरु दे साहिबजादियां नूं, महान सिखां नूं याद कर लई, उपराले कर। जे पिंडों पिंडे लहर शुरू हो जाए तो माफ़ करना असीं किसी डेरे क्यों जावांगे, साडा तां घरे घर पूरा होण लग पिया। साचे साहिबा क्या नहीं रे जी नलाज, लाज तो नहीं। हे नलाज जीव तेनू लाज नहीं आउंदी, हर तज कत काहू के जाही। जां को ठाकुर ऊंचा होई, सो जन पर कर जात न सोही।
पुत जाके किसी होर दे घरों चीज़ मंगे जाके, प्यो की आंदा, वो तू मेरी नक कटाती, तैनूं शर्म ना आई? तू मेरा पुत हो किसी होर कोलों वस्तुआं मंगी जाना। होवें पुत गुरु गोबिंद सिंह दा, होवें पुत तू गुरु दा। इदां जाके बाबियां अगे झोलियां अड्डदे, कई नहीं अड्डदे? बोलो जी साध संगत जी, इदां बाबियां अगे झोलियां अड्डदे। बाबा जी कुछ खैर पा दिओ जी। बाणियां दी दद्दा दाता एक है, गुरा एक दे बुझाई, अगे सो मैं सब जग फिर मैं देखिया, हर इको दाता। किते बाणी दो दाते लिखे, तो फिर जो दो दाते लिखे नहीं, फिर आप उत्थे लैण की जाने बई। अच्छा सुन लियो एक वाक होर गुरु पंजवें पातशाह, धनासी राग का शब्द है, जे मैं भुलदा नहीं 667-68 अंक ते है, मुख वाक है। जिसका तन मन धन सब तिसका, सोई सुघाड़ सुजानी, तिन ही सुनिया दुख सुख मेरा, तो बिद नीकी खटानी। अगला वाक सुनियो, जी की एक ही पैमानी, इस जी दी इस जिंद दी एक कोल ही मनी जानी है, कबूल एक थां ते होनी आ। अवर जतन कर रहे बहुत तेरे, जेड़े तू बाकी जतन कर रहा ना, तिन तिल नहीं कीमत जानी। क्यों सास तिल किन्ना कुं हुंदा जी भला? इधर चुटकी भरी है, किन्ने के दाने तिलां दे आ जांदे भला चुटकी च? किन्ने दाने चुटकी दे विच इदां तुसीं लाओ, किन्ने दाने आ जाणगे? तिल किन्ना बरीक हुंदा है। कहते तिल जिन्नी भी वैल्यू नहीं है जे तू अपने गुरु नूं छड्ड के पासे जाना। मैं कहना तिल जिन्नी भी वैल्यू हुंदी ना, फिर भी जान विच कोई हरज नहीं सी। इत्थे कहा तिन तिल नहीं कीमत जानी। मैं ताण दीवान तू है मेरे स्वामी। ताण कहते ताकत नूं, दीवान कहते आसरे नूं। तू आ मेरा, मैं तुद आगे अरदास, मैं होर थां नहीं, मेरे वास्ते होर थां ही है नहीं कोई। मैं होर थां नहीं, जिस पै करो बेनंती, मेरा दुख सुख तुझ ही पास। जे सिख ने बाणी पढ़ी तो विचारी हो, पासे जाने की लोड़ पऊ साध संगत जी? किते पासे मत्था टेकांगे? किते पासे जाके सिर झुकाउण की लोड़ पऊगी? साहिबजादियां दे इन्हां महान दिनां च एक सबक पल्ले बन लो, कियात दी विपता विच भी वो अपने गुरु दा लड़ नहीं छड्डदे। असीं तां चंगे भले खांदे पींदे अपने घरां च। साडे ते घर पुत्र दा विआह होवे, 2-3 साल औलाद ना होवे, ते दब डेरियां नूं अरदासां कराउण तुर पैंदे। घर च कोई बीमार होवे, हॉस्पिटल की बजाए पुछना वालियां को तुर पैंदे भी उत्थों पुछ पवा लो, होदा आ शुगर नहीं कंट्रोल आ रही, होदा कोई बाबे कोलों मंत्र बोल। लोग साढ़े बाबियां को तुरे फिरदे। हद हो गई। किहड़े बन्ने असीं पढ़िया लिखिया वर्ग भी, मझां दुध नहीं दिंदियां, फसल नहीं हुंदी, गड्डी नहीं ठीक चलदी, साडे ये लोहा ही माड़ा। इदां कहणगे सर्विस कराउणी नहीं, लोहा माड़ा। घरों पैसे दे के भेजे, सर्विस कराया, वो फक्का मार आउंदा, घरदियां नूं आंदा मैं सर्विस करा ली, गड्डी राह च खलो जांदी आ, घरदियां दे लोहा माड़ा। ये नहीं आंदे साडा जवाक माड़ा। बोलो। कई हुण घर दे जवाक नूं भेजदे जा सर्विस कराया, वो अगला आंदा जिन्ने दी सर्विस कराउणी 3 सूटे वजने दे। गड्डी नूं की होण दिया, आपे पापा राह च खज्जल हुंदा फिरू। वो जदों पापा बीबी जांदे किते घुम्मण, वो गड्डी राह च हिलदी नहीं आंदे। ये असल च ना आपां नूं लोहा वार ही नहीं आया। ये नहीं पता भी इहनूं 5 साल हो गए, इहदा तेल किसी ने बदलिया ही नहीं। वो तेल अपना ही बदलदा, उन्हें नोट साड़ साड़ के काले करते आ। सच जाने हो ये घरां दे हालात हैगे कि नहीं हैगे? वो तुसीं चोरियां दीयां गल्लां करदे जे, कई अपने घर च चोरी करी जांदे आ। कई बंदे ना घर घर च किदां चोरी करदे, हुण एग्जाम्पल सुनियो। वो किदां चोरी करदे आ? घर बन डिया, रेता दियां सनाइयां 5 ट्रालियां, उन्होंने कहना तू कहीं 7 सुटियां, मेरा तेरा तरला ही है तेरे अगे मेरा भी है। आ ढेर च केड़ा पता लगना, उन्हें कड़ियां मिलनियां। पैसे मैं घर दे को 7 दे लैने आ, तेनू मैं
वो आंदा नहीं मैं झूठ नहीं बोलना, मैं फिर 7 की जगह 8 कहूँगा, मैनू 6 की दे दी। वो भी कहता मैं भी तो मैनू तो एक फ्री मिले। बंदा अपना घर लटाउण लई भी प्रवान हो गया। आ कई डेयरी दुध पाउण जांदे आ, महीने बाद पैसे का हिसाब करना, हुण घरदियां ने डेटे साडे पाई जांदे आ, वो विचों 1000-500 विचों अपना ठूंगा मार आउंदे आ। हुण अंदाज़ा लाओ जिन्हां व्यक्तियां दे घर च उन्हां तो लौक लाउणे पैण, समझ ली बंदिया तू पशुआं वाली जून भोग रिहा, तू ते मनुख है ही नहीं। वह शर्म वाली गल है। वैसे ये जकारे तो सिद्ध हुंदा भी घरां च पीड़त इदां हो रहा, अपने घरां च आपां नूं लौक लाउणे पैंदे। कई वारी आपां अपने घरों जाइए ना बाहर तो आपां कई वारी गड्डी च उतर के फिर जाने, आपां कहने लौक नहीं लाया, और नहीं कोई गल नहीं। कईयां नूं कैमरे लाउणे पए घरां च, कैमरे भी लाए, लौक भी लाए। हुण मैं ये नहीं कहंदा इकल्ले बंदियां तो ही आ, कईयां बीबियां तो भी लाउणे पैंदे आ। हुण तुसीं गुरद्वारे वेख लो, 2 लौक लगे मोटे मोटे, मतलब हर बंदे ने इत्थे आण के गोल च पैसा पाया ना। मैं ये नहीं कहता हर गुरुद्वारे की गल करदा, गुरुद्वारियां विच भी वड्डे वड्डे लौक क्यों लाउणे पए आ? क्योंकि सारे बंदे मत्था टेकण नहीं आउंदे, नहावन चले तीर्थी। हो सकदा अपने विच ते कोई चोर नहीं बैठा होना, वो चोर दा ये टाइम हुंदा ही नहीं आ। आपां सारे टेकण आए आ। ये तो समझ आया कि जे गुरुद्वारियां विच भी गोलकां नूं लौक लाउणे पैण, सानूं घरां च अपने वैसे ट्रेनिंग इदां दी दिओ कि बच्चे नूं इक्के वारी समझा दिओ, तेरे हुंदिआं मैनूं लौक लाउण दी लोड़ ना पवे। मैं तेरे तो लौक क्यों लावां मेरे पुੱਤ, आ तेरे सामने पए ने, इत्थे पुੱਛ के लै मेरे कोलों। ते कईयां दे घरां दा किरदार ये आ, वो कहंदे नौकर भी साडे घर तुरे फिरदे, असीं कदी लौक नहीं लाया, सानूं अपने नौकरां ते भी भरोसा है। ते कईयां दे बच्चिआं ते भी ये विश्वास नहीं बन पाउंदा। गल करैक्टर दी है प्यारिओ, गल किरदार दी है। ये किरदार ते करैक्टर बाजारों नहीं मिलता, ये जिंदगी च उच्ची बोलो बनाउणा पैंदा। कईयां ने अपने नौकरां ते इन्ना विश्वास रखिआ, कहंदे स्टाफ ते भरोसा है जी, सानूं पता है ये कोई बेईमानी नहीं करते। इस करके गुरु पातशाह ने इन्हां महान योद्धियां तो यह सबक जिंदगी च लैना है कि इन्हां वर्गी दृढ़ता, इन्हां वर्गा भरोसा, इन्हां वर्गा विश्वास, इन्हां वर्गे जिहड़े लियाकत वाले गुण आ, काश किते साडे साहिबजादियां साडियां बच्चियां विच भी आ जाण। असीं भी प्यार नाल अपने घरां विच रहना शुरू कर दईए, असीं भी महसूस करिए किद्दां उन्हां ने परख दीआं घड़ियां विचों भी डोले ते घबराए नहीं, असीं ते खांदे पींदे भी घबराई फिरदे हां। हुण गुरु नानक साहिब दा वाक है, जित सेविਐ सुख पाईਐ सो साहिब सदा संभालीਐ। जिन्हों सेवन दे नाल सुख मिलदा, उस साहिब नूं सदा ही संभालना चाहिए। जित कीता पाईए अपना, जे पता भी आह काम कीतिआं मैनूं अपने कीते दा फल मिलना, सा घाल बुरी क्यों घाली है। वो फिर घाल बुरी क्यों घालीए, फिर मैं वो बुरा काम क्यों करा। जे पता मैनूं भी आह काम कीतिआं दा नतीजा आ निकलना, फिर मैं प्रण करा भी अज तो बाद गलत रस्ते ते मैं, फिर कैमरे की लोड़ पऊ, फिर तो समझ आजू राखा एक हमारा स्वामी सगल कटां का। राखा एक, मेरा राखा मेरे अंदर बैठा, तुहाडा राखा तुहाडे अंदर बैठा, यानी कि कल्ले कल्ले ने अपनी राखी खुद आप करनी। हाँ, जित कीता पाईए अपना, सा घाल बुरी क्यों घाली है। मंदा मूल ना कीचई, भुल के भी मंदा काम ना करो। दे लंबी नज़र निहाली है। दे लंबी नज़र का अर्थ की है, लंबा सोचो, अग्गा सोचो। किद्दां भला सुनियो, अज तुसीं अपने बच्चों के सामने अपनी माँ की घर च बेइज्जती करदे जे, इनू लंबा सोचो। जे अज मैं माँ की बेइज्जती करदा तो कल नूं अपनी घर वाली नूं तैयार रखो, तेरे अगे भी तेरे बच्चे इदां बोलणगे। जे अज बाहों फड़ के बापू नूं धक्का मार के बाहर कढ़दा ना, तो दे लंबी नज़र निहालीए, चेता रखियां अखर तेरे बच्चे अंदर उकर रहे आ। अज तो 5-7 साल बाद तैयारी काका, बोलो जी। वो कहानी नहीं आउंदी, कहंदे भी कोई बंदा दुखी बड़ा सी अपने बच्चों तो, बच्चे आंदे भी बच्चों नूं आंदा भी ऐ करो भी जे बहुते तंग जे उन्होंने सुट्टण चले गए दरिया च, भी बापू नूं गलों ला आईए। तो बापू जो सुट्टण लगे तो आंदा काका थोड़ा जिहा गांह सुट्टी। आंदा क्यों, आंदा इत्थे मैं अपने प्यो नूं सुट्टिया सी।
ਉਹਦੀ ਰੂਹ ਕੰਬੀ ਆਉਂਦਾ। ਸ਼ਾਇਦ ਮਤਲਬ ਸਾਡੇ ਖਾਨਦਾਨ 'ਚ ਪ੍ਰਥਾ ਹੀ ਚੱਲੀ ਆਉਂਦੀ ਆ। ਉਹ ਫਿਰ ਵਾਪਸ ਮੋੜ ਆਇਆ ਵੀ ਜੇ ਇੱਥੇ ਇਹਨੇ ਪਿਓ ਨੂੰ ਸੁੱਟਿਆ, ਮੈਂ ਇੱਥੇ ਸੁੱਟਿਆ, ਤੇ ਮੇਰੀ ਵਾਰੀ ਥੋੜ੍ਹੀ ਜੀ ਗਾਂ ਹੀ ਆਊ। ਫਿਰ ਬੱਸਾਂ ਵਿੱਚ ਨਹੀਂ ਲਿਖਿਆ ਹੁੰਦਾ ਜੀ ਕਹੋ ਜੀ ਕਹਾਓ। ਬੱਸਾਂ 'ਚ ਲਿਖਿਆ ਹੁੰਦਾ ਭਾਵੇਂ ਕਨੈਕਟਰ ਟੁੱਟ ਕੇ ਪਈ ਜਾਵੇ, ਉਹ ਆਂਦਾ ਦੂਜਿਆਂ ਲਈ ਲਿਖਿਆ। ਜਿਵੇਂ ਬੱਸ ਦੇ ਨਾ ਡਰਾਈਵਰ ਦੇ ਉੱਪਰਲੇ ਬੰਨੇ ਲਿਖਿਆ ਹੁੰਦਾ, ਉੱਪਰਲੇ ਬੰਨੇ ਨੋ ਸਮੋਕਿੰਗ, ਤੇ ਐਡੀ ਮੋਟੀ ਵੀਡੀਓ ਨੇ ਮੂੰਹ 'ਚ ਪਾਈ ਹੁੰਦੀ ਐ, ਫੱਕ ਫੱਕ ਨਾਲ ਸਭ ਕੁਝ ਨੱਪੀ ਆਉਂਦਾ। ਦੂਜਿਆਂ ਨੂੰ ਆਂਦਾ ਜੀ ਇਹ ਕਿਹਦੇ ਲਈ ਲਿਖਿਆ? ਆਂਦਾ ਦੂਜਿਆਂ ਲਈ। ਅੱਛਾ, ਰੋਡਵੇਜ਼ ਦੀਆਂ ਬੱਸਾਂ ਕੀ ਦੂਜੀਆਂ ਬੱਸਾਂ ਦੀ ਵੀ ਬਾਰੀ ਦੇ ਉੱਤੇ ਲਿਖਿਆ ਹੁੰਦਾ ਡਰਾਈਵਿੰਗ ਤੇ ਸ਼ਰਾਬ ਦਾ ਕੋਈ ਮੇਲ ਨਹੀਂ, ਤੇ ਬੱਸ ਐਂ ਜਾ ਰਹੀ ਹੁੰਦੀ ਆ। ਮਤਲਬ ਸਾਨੂੰ ਇਹ ਲੱਗਦਾ ਵੀ ਇਹ ਤਾਂ ਦੂਜੇ ਲਈ ਆ, ਨਹੀਂ, ਇਹ ਮੇਰੇ ਲਈ ਆ। ਮੰਦਾ ਮੂਲ ਨਾ ਕੀਚਈ, ਮੈਂ ਭੁੱਲ ਕੇ ਵੀ ਮੰਦਾ ਕੰਮ ਨਾ ਕਰਾਂ। ਦੇ ਲੰਬੀ ਨਦਰ ਨਿਹਾਲੀ ਆ। ਦੇ ਲੰਬੀ ਨਜ਼ਰ, ਐ ਦੂਰ ਤੱਕ ਵੇਖ, ਲੰਬੀ ਨਜ਼ਰ। ਤੇ ਜਿਹੜੇ ਦੂਰ ਤੱਕ ਵੇਖਦੇ ਆ ਉਹ ਕਦੀ ਵੀ ਗਲਤ ਕੰਮ, ਜਦੋਂ ਇੱਦਾਂ ਆਪਾਂ ਸੋਚਾਂਗੇ ਸਾਧ ਸੰਗਤ, ਫਿਰ ਅਸੀਂ ਕਿਸੇ ਦੇ ਡਰ ਖੋਣੋਂ ਗਲਤ ਕੰਮ ਨਹੀਂ ਕਰਾਂਗੇ, ਫਿਰ ਆਪਣੇ ਆਪ ਸਿਆਣੇ ਬਣ ਜਾਵਾਂਗੇ। ਮੈਨੂੰ ਕੋਈ ਵੀ ਨਹੀਂ ਵੇਖਦਾ। ਮੈਂ ਤਾਂ ਕਦੀ ਤੁਸੀਂ ਨੋਟ ਕਰੋ, ਤੁਹਾਡੇ 'ਚੋਂ ਕਈਆਂ ਦੇ ਧੀ ਪੁੱਤ ਬਾਹਰ ਹੋਣੇ ਆ, ਜਦੋਂ ਰਾਤ ਨੂੰ ਉਹ ਗੱਡੀ ਦੇ ਉੱਤੇ ਸਫ਼ਰ ਕਰਦੇ ਆ ਨਾ, ਜਦੋਂ ਰੈੱਡ ਬੱਤੀ ਹੋ ਗਈ ਉਹਨਾਂ ਦੀ ਗੱਡੀ ਆਪਣੇ ਆਪ ਉਹਨਾਂ ਨੇ ਖਿਲਾਰ ਲੈਣੀ ਆ। ਉੱਥੇ ਭਾਵੇਂ 1 ਮਿੰਟ ਦੀ ਰੈੱਡ ਬੱਤੀ ਹੈ, 30 ਸੈਕਿੰਡ ਦੀ ਆ, 2 ਮਿੰਟ ਦੀ ਆ। ਅੱਛਾ, ਉਹਨਾਂ ਨੂੰ ਵੀ ਪਤਾ ਵੀ ਇੱਥੇ ਆਉਣਾ ਕਿਸੇ ਨੇ ਨਹੀਂ ਆ, ਪਰ ਉਹ ਉਸ ਚੀਜ਼ ਦੇ ਆਦੀ ਹੋ ਚੁੱਕੇ। ਆਪਣੇ ਵਰਗਾ ਪੰਜਾਬੋਂ ਕੋ ਗਿਆ ਵੀ ਹੋਵੇ ਨਾ, ਉਹ ਕੱਢ ਦੇਗਾ ਇੱਦਾਂ ਇੱਦਾਂ ਕਹਿੰਦੇ ਨੇ ਕਈ ਵਾਰੀ, ਬੋਲੋ ਜੀ, ਉਹ ਕੱਢ ਦੇ, ਕੋਈ ਨਹੀਂ ਹੁੰਦਾ, ਇੱਦਾਂ ਕਹਿਣਗੇ। ਉਹ ਆਂਦਾ ਕਾਕਾ ਆਪਣੀ ਮੱਤ ਆਪਣੇ ਕੋਲ ਰੱਖ। ਹਾਂ, ਜਿਹੜਾ ਤੂੰ ਕੱਢ ਦੇਗਾ ਇੱਦਾਂ ਕਹੀ ਜਾਣਾ ਨਾ, ਤੂੰ ਦਿਨ ਵੇਲੇ ਵੀ ਇੱਦਾਂ ਕਿਤੇ ਮੈਨੂੰ ਕਹਿ ਦੇਣਾ, ਤੇ ਮੇਰਾ $700-800 ਜਿਹੜਾ ਮੈਂ ਹਫ਼ਤੇ ਦਾ ਕਮਾਉਣਾ ਨਾ, 1-2 ਟਿਕਟਾਂ ਗਈਆਂ ਤੇ ਮੇਰਾ ਤੇ ਬਸ। ਇਸ ਕਰਕੇ ਮੈਂ ਤੇਰੀ ਗੱਲ ਨਹੀਂ ਮੰਨਣੀ। ਆਪਣੇ ਇੱਥੇ ਹੀ ਕਰਦੇ ਭਲਾ, ਇਮਾਨਦਾਰ ਨਾਲ ਸੋਚੋ। ਆਪਾਂ ਨੂੰ ਕੋਈ ਲਾਲ ਬੱਤੀ, ਕੋਈ ਰੈੱਡ ਬੱਤੀ, ਕੋਈ ਸੇਫਟੀ ਬੈਲਟ ਇਹਨਾਂ ਦਾ, ਕਿਉਂਕਿ ਉੱਥੇ ਉਹ ਉਦੋਂ ਵੀ ਕਮਾਉਂਦੇ ਆ ਜਦੋਂ ਉਹਨਾਂ ਨੂੰ ਕੋਈ ਨਹੀਂ ਵੇਖਦਾ। ਇੱਥੇ ਅਸੀਂ ਬੈਲਟ ਕਿਹਨੂੰ ਵੇਖ ਕੇ ਲਾਉਨੇ ਭਲਾ? ਚੰਡੀਗੜ੍ਹ ਆਪਣੇ ਆਪ ਖਿੱਚੀ ਜਾਂਦੀ ਕਿ ਨਹੀਂ? ਬੋਲੋ ਸਾਧ ਸੰਗਤ। ਚੰਡੀਗੜ੍ਹ ਜਾਂਦੇ ਆਪਣੇ ਆਪ ਹੀ ਬੈਲਟ ਬਾਹਰ ਆ ਜਾਂਦੀ, ਆਪਣੇ ਆਪ ਹੀ। ਉੱਥੇ ਪਤਾ ਵੀ ਉੱਥੇ ਕੋਈ ਫਰਮਾਇਸ਼ ਨਹੀਂ ਚੱਲਣੀ ਸਾਡੀ। ਸਿਆਣੇ ਬਣ ਜਾਈਏ। ਦੇ ਲੰਬੀ, ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਜ਼ਰ ਨਿਹਾਲੀ ਹੈ। ਮੈਂ ਨਸ਼ਾ ਕਿਉਂ ਪੀਵਾਂ ਬਈ? ਮੈਂ ਲੰਬੀ ਨਜ਼ਰ ਨਿਹਾਲ ਲਈ ਆ ਵੀ ਨਸ਼ਾ ਪੀਵਾਂਗਾ, ਜੇ ਮੈਂ 50 ਦਾ ਰੋਜ਼ ਪੀਤਾ ਤੇ 1500 ਮਹੀਨੇ ਦਾ ਗਿਆ। ਤੇ ਉਹ 1500 ਦਾ ਜੇ ਤੂੰ ਫਰੂਟ ਲੈਵੇਂ ਨਾ, ਕਮ ਸੇ ਕਮ ਜ਼ਿਆਦਾ ਨਹੀਂ, 15-20 ਦਿਨ ਇੱਕ ਨਿੱਕੀ ਫੈਮਿਲੀ ਵੀ ਜੇ 200-400 ਦਾ ਫਰੂਟ ਲਿਆਵੇ ਤੇ 4-5 ਦਿਨ ਲੰਘ ਜਾਣਗੇ। 1500 ਦਾ ਮਹੀਨੇ ਦਾ ਫਰੂਟ ਨਹੀਂ ਲੱਗਣਾ ਤੇਰਾ, ਤੇ ਕੱਲਾ ਨਸ਼ਾ ਪੀ ਜਾਣਾ ਹੈ। ਤੇ ਪੀਣ ਵਾਲਾ ਕੀ ਆਂਦਾ? ਮੈਨੂੰ ਟੈਨਸ਼ਨ ਬੜੀ ਆ। ਬੋਲੋ ਜੀ। ਅੱਛਾ, ਟੈਨਸ਼ਨ ਕਾਹਦੀ ਆ? ਮੈਂ ਲੋਕਾਂ ਦੇ, ਤੇ ਟੈਨਸ਼ਨ ਦੇ ਪਿੱਛੇ ਮਾਈ ਨੂੰ ਵੀ ਹੈਗੀ ਆ, ਫਿਰ ਟੈਨਸ਼ਨ ਤੇ ਘਰ 'ਚ ਭਾਪੇ ਨੂੰ ਵੀ ਹੈਗੀ ਆ, ਟੈਨਸ਼ਨ ਤੇ ਬੱਚਿਆਂ ਨੂੰ ਵੀ ਹੈਗੀ ਆ। ਇਹ ਬਹਾਨੇ ਆ। ਨੌਜਵਾਨ ਵੀਰੋ, ਮੈਂ ਹਰ ਸਟੇਜ 'ਤੇ ਇੱਕ ਬੇਨਤੀ ਕਰਦਾ, ਆਪਾਂ ਤੁਰਦੀਆਂ ਫਿਰਦੀਆਂ ਫੈਕਟਰੀਆਂ ਵਾਂ, ਦੁਕਾਨਾਂ ਵਾਂ ਨਸ਼ੇ ਵੇਚਣ ਵਾਲੀਆਂ ਦੀਆਂ। ਜਦੋਂ ਕੋਈ ਤੰਬਾਕੂ ਵੇਚਦੀ ਆ ਨਾ ਕੰਪਨੀ, ਉਹ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਚੱਕਦੇ ਆ, ਕਿਉਂਕਿ ਉਹ ਵੱਡੇ ਬੰਦੇ ਨੂੰ ਨਹੀਂ ਲਾਉਂਦੇ ਆਪਣੇ ਇਸ ਬੰਨੇ। ਤਾਂ ਹੀ ਸਕੂਲਾਂ ਦੇ ਬਾਹਰ ਉਹਨਾਂ ਦੇ ਖੋਖੇ ਕਿਉਂ ਹੁੰਦੇ ਭਲਾ? ਵੀ ਜੇ ਕਿਤੇ 5-7% ਬੱਚੇ ਵੀ ਸਾਡੀ ਪਕੜ 'ਚ ਆ ਗਏ, ਅੱਜ ਇਹ 15 ਸਾਲ ਦਾ ਬੱਚਾ ਇਹ ਨਸ਼ਾ ਕਰਨ ਲੱਗ ਪਿਆ, ਤੇ ਜੇ ਉਹਨੇ 50 ਸਾਲ ਜਿਉਣਾ ਤੇ ਕਮ ਸੇ ਕਮ 35 ਸਾਲ ਤੇ ਸਾਨੂੰ ਕਮਾਈ ਦਿਓ। ਉਹ 40-50 ਸਾਲ ਦੇ ਨੂੰ ਨਸ਼ਾ ਨਹੀਂ ਲਾਉਂਦੇ, ਉਹਨੂੰ ਪਤਾ ਵੀ ਇਹ 5-7 ਸਾਲ ਹੈਗਾ, ਇਹਨੇ ਕਮਾਈ ਘੱਟ ਦੇਣੀ ਆ, ਤੇ ਨੌਜਵਾਨ ਬੱਚੇ ਨੇ ਵੱਧ ਦੇਣੀ ਆ। ਜਿੱਦਣ ਸਾਨੂੰ ਘਰੇ ਸਮਝ ਆ ਗਈ, ਫਿਰ ਸਾਡਾ ਬੱਚਾ ਨਸ਼ੇ ਵਾਲਿਆਂ ਦੇ ਵਿੱਚ ਵੀ ਤੁਰਿਆ ਫਿਰੂ ਨਾ, ਸਾਡੇ ਬੱਚੇ ਨੂੰ ਕੋਈ ਨਸ਼ੇ ਦੀ ਆਦਤ ਨਹੀਂ ਲਾ ਸਕਦਾ। ਆ ਜਿਨ੍ਹਾਂ ਨੂੰ ਆਦਤਾਂ ਪਈਆਂ ਨੇ ਨਾ, ਜਿਨ੍ਹਾਂ ਨੂੰ ਇਹ ਜ਼ਰੂਰੀ ਨਹੀਂ ਜਿਹੜੇ ਨਸ਼ੇ ਕਰਨ ਵਾਲੇ ਉਹ ਬੰਦੇ ਮਾੜੇ ਹੁੰਦੇ ਆ। ਕਈ ਵਾਰੀ ਉਹਨਾਂ ਦੀਆਂ ਘਰ ਵਾਲੀਆਂ, ਉਹਨਾਂ ਦੇ ਮਾਂ-ਬਾਪ ਇਹ ਕਹਿੰਦੇ ਆ ਹੀਰੇ ਵਰਗਾ ਸਾਡਾ ਪੁੱਤ ਹੈ ਜੀ, ਸਗੋਂ ਦੂਜੇ ਨਾਲੋਂ ਚੰਗਾ ਇਹ ਆ, ਪਰ ਪਤਾ ਨਹੀਂ ਇਹਨੂੰ ਕਿੱਥੋਂ ਲੱਤ ਲੱਗ ਗਈ। ਨਾ ਇਹ ਕਿਸੇ ਦਾ ਮਾੜਾ ਕਰੇ, ਨਾ ਇਹ ਕਿਸੇ ਦਾ ਬੁਰਾ ਕਰੇ, ਇਹਨੇ ਕਦੀ ਬੇਈਮਾਨੀ ਨਹੀਂ ਕੀਤੀ। ਪਰ ਜੇ ਇਸ ਦਲਦਲ 'ਚ ਫਸ ਗਿਆ ਨਾ, ਆਓ ਲੱਕ ਬੰਨੀਏ, ਨਫ਼ਰਤ ਨਾ ਕਰੀਏ ਆਪਣੇ ਭਰਾਵਾਂ ਨੂੰ, ਉਹਨਾਂ ਨੂੰ ਇਸ ਦਲਦਲ 'ਚੋਂ ਬਾਹਰ ਕੱਢਣ ਦਾ ਆਪਾਂ ਯਤਨ ਕੱਢੀਏ, ਤੇ ਬਹੁਤ ਕੁਝ ਬਦਲਿਆ ਜਾ ਸਕਦਾ। ਕਿਉਂਕਿ ਜਦੋਂ ਉਹਨਾਂ ਨੂੰ ਸਮਝ ਆ ਗਈ ਕਿ ਜੇ ਇਹ ਜਿਹੜੇ ਮਹਾਨ ਸਾਡੇ ਕੋਲ ਇਤਿਹਾਸ ਵਿੱਚ ਹੀਰੇ
ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਤੇ ਬਹੁਤ ਕੁਝ ਜ਼ਿੰਦਗੀ ਵਿੱਚ ਬਦਲਿਆ ਜਾ ਸਕਦਾ ਹੈ। ਸਾਹਿਬਜ਼ਾਦਿਆਂ ਦੀ ਜ਼ਿੰਦਗੀ 'ਚੋਂ ਪ੍ਰੇਰਨਾ ਲਈਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਤਬਦੀਲ ਕਰ ਸਕਦੇ ਹਾਂ। ਕਿਉਂਕਿ ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਜ਼ਰ। ਹੁਣ ਚਾਹੀਦਾ ਤੇ ਪਤਾ ਕੀ ਸੀ, ਇਹਨਾਂ ਸਲੋਕਾਂ ਪੌੜੀਆਂ ਦੇ ਅਰਥ ਬਣਾ ਕੇ ਨਾ ਮੈਂ ਇੱਕ ਸੁਝਾਅ ਦਿੰਦਾ ਉਹਨਾਂ ਹਰ ਕਮੇਟੀ ਨੂੰ, ਆ ਜਿਹੜੇ ਆਪਾਂ ਸਰੂਪੇ ਦਿੰਦੇ ਆ ਨਾ, ਇਹ ਹੌਲੀ ਹੌਲੀ ਸਾਨੂੰ ਬੰਦ ਕਰਨੇ ਚਾਹੀਦੇ ਆ। ਧਿਆਨ ਨਾਲ ਸੁਣੇ, ਤੁਹਾਡੇ ਵਿੱਚੋਂ ਜੇ ਕੋਈ ਕਿਸੇ ਪਿੰਡ ਵਿੱਚੋਂ ਪ੍ਰਬੰਧਕ ਕਮੇਟੀ ਦਾ ਮੈਂਬਰ ਆਇਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ, ਕੀ ਕਰੋ ਕਿ ਸ਼ਬਦ ਲੈ ਲਓ, ਜਿਵੇਂ ਜਿਤ ਸੇਵਿਆਂ ਸੁਖ ਪਾਈ ਹੈ, ਸ਼ਬਦ ਲੈ ਲਓ, ਉਹਦੇ ਅਰਥ ਲਿਖ ਲਓ ਪ੍ਰੋਫੈਸਰ ਸਾਹਿਬ ਸਿੰਘ ਵਾਲੇ, ਇੱਦਾਂ ਸ਼ੀਲਡ ਬਣਾ ਲਓ, ਮੋਮੈਂਟੋ ਬਣਾ ਲਓ, 150 200 ਬਣਾ ਕੇ ਇਕੱਠੇ ਗੁਰਦੁਆਰਾ ਸਾਹਿਬ ਰੱਖ ਲਓ। ਕਿਸੇ ਨੇ ਪਾਠ ਕਰਾਇਆ, ਸਮਾਗਮ ਕਰਾਇਆ, ਉਸ ਪਰਿਵਾਰ ਨੂੰ ਸਰੋਪਾ ਦੇਣ ਦੀ ਬਜਾਏ ਉਹ ਸ਼ਬਦ ਦੀ ਤਸਵੀਰ ਦਿਓ, ਉਹ ਆਪਣੇ ਘਰ ਜਾ ਕੇ ਲਾਓ। ਹੌਲੀ ਹੌਲੀ ਲੋਕਾਂ ਦੇ ਘਰਾਂ ਵਿੱਚ ਸ਼ਬਦ ਬਾਣੀ ਦੀ ਵਿਚਾਰ ਜਾਊ। ਕੋਈ ਉੱਠਦਿਆਂ ਬਹਿੰਦਿਆਂ ਕੋਈ ਸ਼ਬਦ ਦੀਆਂ 2 ਤੁਕਾਂ ਪੜੂ, ਕਮ ਸੇ ਕਮ ਬਾਣੀ ਦੀਆਂ 2 ਤੁਕਾਂ ਤੇ ਯਾਦ ਹੋਣਗੀਆਂ। ਆ ਜਿਹੜੇ ਅਸੀਂ ਸਰੋਪੇ ਦਿੰਦੇ ਆ, ਇੱਕ ਤੇ ਆਉਂਦੇ ਪੈਸੇ ਦੇ ਆ, ਤੇ ਜਿਹੜਾ ਸਰੋਪੇ ਦਾ ਕੱਪੜਾ ਹੁੰਦਾ ਕਈ ਵਾਰੀ ਸਿਰ ਦੇ ਉੱਤੇ ਬੰਨਣ ਦੇ ਕੰਮ ਵੀ ਨਹੀਂ ਆਉਂਦਾ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਆ ਹੌਲੀ ਹੌਲੀ, ਤਾਂ ਕਿ ਘਰਾਂ ਵਿੱਚ ਸਾਡੇ ਸ਼ਬਦ ਦੀਆਂ ਤਸਵੀਰਾਂ ਜਾਣ। ਕਮ ਸੇ ਕਮ ਬੰਦਾ ਇੱਦਾਂ ਬੈਠਾ ਸਾਹਮਣੇ ਲੌਬੀ 'ਚ, ਡਰਾਇੰਗ ਰੂਮ 'ਚ ਸ਼ਬਦ ਲੱਗਾ, ਜਿਤ ਸੇਵਿਆਂ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਹੋ ਸਕਦਾ ਪਤਾ ਨਹੀਂ ਕਿਹੜੇ ਵੇਲੇ ਮਨ ਉਖੜਦਾ, ਕਿਤੇ ਕੋਈ ਬਾਣੀ ਦੀ ਤੋਕ ਉਹਦੇ ਸਾਹਮਣੇ ਆ ਗਈ, ਜਦੋਂ ਆਇਆ ਵੀ ਮੰਦਾ ਮੂਲ ਨਾ ਕੀਚਈ। ਬੰਦਾ ਚੱਲਿਆ ਝੂਠੀ ਗਵਾਹੀ ਦੇਣ ਘਰੋਂ, ਪੱਗ ਬੰਨ੍ਹ ਕੇ ਤੁਰ ਲੱਗਾ, ਕਿਤੇ ਧਿਆਨ ਪੈ ਗਿਆ ਸਾਹਮਣੇ। ਬਾਹਰਲੀਆਂ ਕੰਟਰੀਆਂ 'ਚ ਹੁੰਦਾ ਗੱਡੀ ਚੰਗੀ ਭਲੀ ਲਈ ਜਾਂਦਾ ਨਾ, ਜਦੋਂ ਸਕੂਲ ਦਾ ਸਾਈਨ ਬੋਰਡ ਆਉਂਦਾ ਨਾ, ਆਪਣੇ ਆਪ ਐਕਸੀਲੇਟਰ ਤੋਂ ਪੈਰ ਚੱਕਿਆ ਜਾਂਦਾ ਕਿ ਸਕੂਲ ਦੇ ਲਾਗੇ ਮੈਂ ਗੱਡੀ ਤੇਜ਼ ਨਹੀਂ ਲਗਾਉਣੀ। ਲਿਖੇ ਦਾ ਅਸਰ ਹੋਇਆ ਨਾ। ਜੇ ਗੱਡੀਆਂ ਰੋਡ ਦੇ ਉੱਤੇ ਇੱਕਦਮ ਹੌਲੀ ਹੋ ਸਕਦੀਆਂ ਤੇ ਤੇਰੀ ਜ਼ਿੰਦਗੀ ਵੀ ਹੌਲੀ ਹੋ ਸਕਦੀ ਆ, ਇਹ ਸੁਧਰ ਸਕਦੀ ਆ ਜੇ ਬਾਣੀ ਦੀ ਵਿਚਾਰ ਆਵੇ। ਅਸੀਂ ਤੇ ਬੁੱਤ ਪੂਜ ਕੇ ਕਮਲੇ ਹੋ ਗਏ। ਘਰਾਂ 'ਚ ਫੋਟੋਆਂ ਤਸਵੀਰਾਂ ਲਾਈਆਂ, ਮਨੋ ਕਲਪਤ ਗੁਰੂਆਂ ਦੀਆਂ ਤਸਵੀਰਾਂ ਲਾਓ, ਸ਼ਬਦ ਦੀਆਂ ਘਰਾਂ 'ਚ। ਗੁਰ ਮੂਰਤ ਗੁਰ, ਬੋਲੋ ਜੀ, ਗੁਰ ਮੂਰਤ ਗੁਰ ਸ਼ਬਦ ਹੈ। ਹੱਥ ਜੋੜ ਕੇ ਮੇਰੀ ਬੇਨਤੀ ਹੈ, ਸੋਹਣੀਆਂ ਤਸਵੀਰਾਂ ਬਣਾ ਕੇ, ਮੈਂਟੋ ਬਣਾ ਕੇ ਰੱਖ ਲਓ। ਥੱਲੇ ਉਹਦੇ 'ਚ ਕੀ ਹੋਵੇ, ਥੱਲੇ ਗੁਰਦੁਆਰਾ ਸਾਹਿਬ ਦਾ ਐਡਰੈਸ ਹੋਵੇ। ਮੰਨ ਲਓ ਥੱਲੇ ਪੂਰਾ ਗੁਰਦੁਆਰਾ ਦਾ ਐਡਰੈਸ ਹੋਵੇ, ਥੱਲੇ ਭਾਈ ਸਾਹਿਬ ਦਾ ਨੰਬਰ ਹੋਵੇ, ਉੱਤੇ ਸ਼ਬਦ ਲਿਖਿਆ ਹੋਵੇ। ਜਿਹਨੂੰ ਵੀ ਤੁਸੀਂ ਸਨਮਾਨਿਤ ਕਰਨਾ, ਆਪਣੇ ਘਰ ਜਾ ਕੇ ਜਦੋਂ ਸ਼ਬਦ ਲਾਓ, ਇੱਕ ਤਾਂ ਹੌਲੀ ਹੌਲੀ ਤੁਹਾਡੇ ਵੱਲ ਵੇਖ ਕੇ ਕਈ ਨੂੰ ਉਤਸ਼ਾਹ ਮਿਲਣਾ, ਫਲਾਣਾ ਪਿੰਡ, ਫਲਾਣਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇੱਦਾਂ ਸੋਹਣੇ ਸ਼ਬਦ ਬਣਾਏ ਆ। ਅਸੀਂ ਵੀ ਹੁਣ ਆਪਣੇ ਗੁਰਦੁਆਰੇ ਵੱਲੋਂ ਜਿਹਨੂੰ ਵੀ ਸਨਮਾਨਿਤ ਕਰਨਾ, ਸਰੋਪਾ ਦੇਣ ਦੀ ਬਜਾਏ ਅਸੀਂ ਸ਼ਬਦ ਦਾ ਮੋਮੈਂਟੋ ਦਿਆ ਕਰਨਾ। ਭਾਵੇਂ ਤੁਸੀਂ ਸ਼ਲੋਕ ਲੈ ਲਓ, ਕੋਈ ਸੁਖਮਨੀ ਸਾਹਿਬ ਦਾ, ਕੋਈ ਅਸ਼ਟਪਦੀ ਦੀ ਕੋਈ ਤੁਕ ਲੈ ਲਓ, ਕੋਈ 2 ਤੁਕਾਂ ਸ਼ਬਦ ਦੀਆਂ ਲੈ ਲਓ, ਕੋਈ ਸ਼ਲੋਕ ਲੈ ਲਓ, ਤਾਂ ਕਿ ਹੌਲੀ ਹੌਲੀ ਸਾਡੇ ਘਰਾਂ 'ਚੋਂ ਮਨੋ ਕਲਪਤ ਤਸਵੀਰਾਂ ਲੈ ਜਾਣ ਤੇ ਸ਼ਬਦ ਬਾਣੀ ਦੀਆਂ ਤਸਵੀਰਾਂ ਸਾਡੇ ਘਰਾਂ 'ਚ ਲੱਗ ਜਾਣ। ਇਹ ਸਾਨੂੰ ਕਰਨਾ ਪੈਣਾ ਹੈ। 1-2 ਗੁਰਦੁਆਰੇ ਵੀ ਪ੍ਰਣ ਕਰਨਗੇ ਤੇ ਸਾਡੇ ਵੱਲ ਵੇਖ ਕੇ ਹੌਲੀ ਹੌਲੀ ਦੂਜਿਆਂ ਨੇ ਸਿੱਖਿਆ ਲੈਣੀ ਸ਼ੁਰੂ ਕਰ ਦੇਣੀ ਹੈ। ਤੋ ਪਾਤਸ਼ਾਹ ਕਹਿੰਦੇ ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਜ਼ਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ। ਕੰਮ ਉਹ ਕਰੀਏ ਕਿ ਮੇਰੀ ਸਾਹਿਬ ਨਾਲ ਹਾਰ ਨਾ ਪੈ ਜਾਏ, ਯਾਨੀ ਕਿ ਮੈਂ ਕਿਤੇ ਹਾਰ ਨਾ ਜਾਵਾਂ, ਸਾਹਿਬ ਨਾਲੋਂ ਮੇਰੀ ਟੁੱਟ ਨਾ ਜਾਵੇ। ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ। ਜਿਨ੍ਹਾਂ ਮਹਾਨ ਸਾਹਿਬਜ਼ਾਦਿਆਂ ਦੇ, ਉਹਨਾਂ ਮਹਾਨ ਗੁਰੂ ਕੇ ਪਿਆਰੇ ਸਿੱਖਾਂ ਦੇ ਅਸੀਂ ਦਿਨ ਮਨਾ ਰਹੇ ਹਾਂ। ਮੁਮਤਾਜ਼ ਵਰਗੀਆਂ ਉਹਨਾਂ ਧੀਆਂ ਦੇ, ਜਿਨ੍ਹਾਂ ਨੇ ਆਪਣੇ ਬਾਪ ਦੀ ਕਹੀ ਹੋਈ ਗੱਲ ਦੇ ਉੱਤੇ ਫੁੱਲ ਚੜ੍ਹਾਤੇ, ਉਹਨਾਂ ਨੇ ਫਿਰ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ। ਉਹਨਾਂ ਨੇ ਉਹ ਪਾਸਾ ਫਿਰ ਚੁਣ ਲਿਆ ਕਿ ਮੇਰੀ ਸਾਹਿਬ ਨਾਲੋਂ ਟੁੱਟ ਨਾ ਜਾਏ, ਕਿਛ ਲਾਹੀ ਉੱਪਰ ਘਾਲੀਐ। ਕੰਮ ਉਹ ਕਰੀਏ ਜੇ ਤੂੰ ਆਤਮਿਕ ਤੌਰ 'ਤੇ ਨਫਾ ਹੋਵੇ। ਕੰਮ ਉਹ ਕਰੀਏ ਰਾਤ ਨੂੰ ਸੌਣ ਲੱਗਿਆਂ ਸੁਰਖਰੂ ਹੋਈਏ। ਕੰਮ ਉਹ ਕਰੀਏ ਰਾਤ ਨੂੰ ਸੌਣ ਲੱਗਿਆਂ ਐਨ ਮਨ ਹਲਕਾ ਹੋਵੇ, ਜਿਵੇਂ ਬੰਦਾ ਨਹਾ ਕੇ ਨਹੀਂ ਰਾਤ ਨੂੰ ਫਰੈਸ਼ ਹੁੰਦਾ, ਥੱਕਿਆ ਟੁੱਟਿਆ ਆਵੇ ਬੰਦਾ, ਰਾਤ ਨੂੰ ਇਸ਼ਨਾਨ ਕਰਕੇ ਐਨ ਫਰੈਸ਼ ਹੋ ਕੇ ਸੌਂਦਾ। ਇੱਦਾਂ ਜਦੋਂ ਤੂੰ ਚੰਗੇ ਕੰਮ ਕਰੇਂਗਾ, ਤੇਰੇ ਮਨ ਉੱਤੇ ਕੋਈ ਬੋਝ ਨਹੀਂ ਹੋਏਗਾ। ਕਿਉਂਕਿ ਜਿਹੜਾ ਬੋਝ ਹੈ ਨਾ ਮਨ ਦੇ ਉੱਤੇ, ਦੁਨੀਆ ਦੇ ਸਾਰੇ ਭਾਰ ਜਿਹੜੇ ਇੱਕ ਬੰਨੇ ਆ, ਤੇ ਮਨ ਉੱਤੇ ਕੋਈ ਬੁਰੇ ਕੰਮ ਦਾ ਬੋਝ ਹੈ, ਇਸ ਬੋਝ ਨਾਲ ਦਾ ਦੁਨੀਆ ਤੇ ਕੋਈ ਦੂਜਾ ਬੋਝ ਨਹੀਂ ਬਣਿਆ। ਬਾਣੀ ਦਾ ਵਾਕ ਹੈ, ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਾਲਾ, ਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮ ਤਿਨਾ। ਭਾਰ, ਭਰਮਾਂ ਦਾ ਭਾਰ, ਵਹਿਮਾਂ ਦਾ ਭਾਰ ਹੈ ਮਨ ਦੇ ਉੱਤੇ। ਕਈ ਵਾਰੀ ਨਹੀਂ ਕਹਿੰਦੇ ਮੇਰੇ ਮਨ ਦੇ ਉੱਤੇ ਬੜਾ ਭਾਰ ਆ। ਉਹ ਭਾਰ ਕਾਹਦਾ ਹੁੰਦਾ? ਕਈ ਵਾਰੀ ਗੱਲ ਆਪਣੇ ਅੰਦਰ ਹੁੰਦੀ ਆ, ਜਦੋਂ ਤੁਸੀਂ ਗਲਤ ਕੰਮ ਕਰਨਾ ਹੀ ਨਹੀਂ ਤੇ ਤੁਹਾਡੇ ਮਨ ਦੇ ਉੱਤੇ ਕੋਈ ਭਾਰ
होना ही नहीं। बस फर्क सी जिदन साहिबजादे नूं नीहां चिणिया गया, ਜਿਹੜੇ ਨੀਹਾਂ 'ਚ ਚਿਣ ਵਾਲੇ ਆ ਉਹ ਹਲਕੇ ਆ, ਅੰਦਰੋਂ ਹੌਲੇ ਆ, ਤੇ ਵਜ਼ੀਰ ਖਾਂ ਰਾਤ ਸੌਂ ਨਹੀਂ ਪਾਇਆ ਕਿਉਂਕਿ ਕੰਮ ਗਲਤ ਕੀਤਾ ਸੀ। ਭਾਰ ਨਾਲ ਹੀ ਖਤਮ ਹੋ ਗਿਆ, ਅੰਦਰੋਂ ਬੇਚੈਨ ਹੋ ਗਿਆ। 11 ਨਵੰਬਰ 1675 ਈਸਵੀ ਨੂੰ ਜਿਸ ਕਾਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਥਾਏ ਫਤਵਾ ਪੜ੍ਹਿਆ ਸੀ ਨਾ, ਉਹ 26 ਨਵੰਬਰ ਨੂੰ ਠੀਕ 15 ਦਿਨਾਂ ਬਾਅਦ ਉਹਨੂੰ ਕਿਸੇ ਨੇ ਗੋਲੀ ਨਹੀਂ ਸੀ ਮਾਰੀ, ਉਹਨੂੰ ਕਿਸੇ ਨੇ ਗੋਲੀ ਨਹੀਂ ਸੀ ਮਾਰੀ, ਕਿਸੇ ਨੇ ਫਾਹ ਨਹੀਂ ਸੀ ਲਾਇਆ, ਪਰ ਮਨ 'ਚ ਹੀ ਸੋਚ ਸੋਚ ਕੇ ਉਹ ਮਨਾ ਪੈਸੇ ਬਦਲੇ, ਸੋਨੇ ਬਦਲੇ, ਸੱਚ ਨੂੰ ਫਾਹ ਲਾ ਆਇਆ। 26 ਨਵੰਬਰ ਠੀਕ 15 ਦਿਨਾਂ ਬਾਅਦ ਉਹ ਕਾਜੀ ਦੁਨੀਆ ਤੋਂ ਕਾਲ ਚਲਾਣਾ ਕਰ ਗਿਆ ਸੀ। ਕੋਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਇਹ ਭਾਰ ਹੁੰਦਾ ਪਿਆਰਿਓ। ਕਈ ਵਾਰੀ ਨਾ ਤਾਇਆਂ ਚਾਚਿਆਂ ਦੇ ਜ਼ਮੀਨਾਂ ਹੜੱਪ ਕੇ ਘਰ ਤੇ ਬੰਦਾ ਵੱਡਾ ਬਣਾ ਲੈਂਦਾ, ਪਰ ਅੰਦਰ ਭਾਰ ਹੁੰਦਾ। ਉਹ ਫਿਰ ਭਾਰ ਨਾਲ ਸ਼ੂਗਰ ਵੱਧ ਗਈ, ਕਦੀ ਘਟ ਗਈ, ਕਦੀ ਗੁਰਦਾ ਖਰਾਬ ਹੋ ਗਿਆ। ਉਹ ਬਾਹਰੋਂ ਆਉਂਦੇ ਵੀ ਖੁਰਾਕ ਦੀ ਚੰਗੀ ਭਲੀ, ਇਹਨੂੰ ਹੋਈ ਕੀ ਜਾਂਦਾ। ਹੁਣ ਕੀ ਦੱਸਿਓ ਵੀ ਆਹ ਜਿਹੜੀਆਂ ਲਾਈਟਾਂ ਜਗਦੀਆਂ ਬੁਝਦੀਆਂ ਤੁਸੀਂ ਵਹਿੰਦੇ ਜੇ, ਮੈਂ ਕਿੱਦਾਂ ਲਾਈਆਂ? ਤੁਹਾਨੂੰ ਕੀ ਪਤਾ ਮੈਂ ਕਿੱਦਾਂ ਧੋਖੇ ਲੋਕਾਂ ਨਾਲ ਕੀਤੇ। ਆਓ ਆਪਣੀ ਕਮਾਈ ਨੇਕ ਕਰੀਏ ਅਤੇ ਕੰਮ ਜ਼ਿੰਦਗੀ 'ਚ ਉਹ ਕਰੀਏ ਜਿਹਦੇ ਨਾਲ ਭਾਰ ਮਨ ਦੇ ਉੱਤੇ ਕੋਈ ਨਾ ਹੋਵੇ। ਜਿਤ ਸੇਵਿਆਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ ਦੇ ਲੰਬੀ ਨਜ਼ਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤਵੇਹਾ ਪਾਸਾ ਢਾਲੀਐ। ਕਿਸ ਲਾਹੇ ਉੱਪਰ ਜਿਨ੍ਹਾਂ ਦੇ ਅਸੀਂ ਮਹਾਨ ਦਿਨ ਮਨਾ ਰਹੇ ਹਾਂ, ਇਹਨਾਂ ਨੇ ਉਹ ਪਾਸਾ ਚੁਣਿਆ ਵੀ ਅਸੀਂ ਸਾਡੀ ਗੁਰੂ ਨਾਲੋਂ ਦੂਰੀ ਨਾ ਪਵੇ, ਸਾਡੀ ਮਾਲਕ ਨਾਲੋਂ ਵਿਥ ਨਾ ਪਵੇ। ਗੁਰੂ ਬਖਸ਼ਿਸ਼ ਕਰੇ। ਆਓ ਇਹਨਾਂ ਮਹਾਨ ਯੋਧਿਆਂ ਤੋਂ ਮੁਮਤਾਜ਼ ਵਰਗੀ ਕੋਟਲਾ ਨਿਹੰਗ ਖਾਂ, ਉਹਨਾਂ ਦੀ ਬਹੁਤ ਪਿਆਰੀ ਬੇਟੀ ਜਿਹੜੀ ਸਿਦਕ ਦੀ ਮੂਰਤ ਅਤੇ ਬਾਪ ਦੇ ਮੂੰਹ 'ਚੋਂ ਨਿਕਲੇ ਹੋਏ ਸ਼ਬਦਾਂ ਨੂੰ ਜਿਹਨੇ ਆਪਣੀ ਜ਼ਿੰਦਗੀ ਦਾ ਅਖੀਰਲਾ ਸੱਚ ਮੰਨ ਲਿਆ ਅਤੇ ਅੱਜ ਉਹਦਾ ਸਤਿਕਾਰ ਹੈ। ਇਹ ਸਾਡੀ ਜ਼ਿੰਦਗੀ ਵਿੱਚ ਅਸੀਂ ਇਹ ਗੁਣ ਆਪਣੀ ਜ਼ਿੰਦਗੀ 'ਚ ਅਪਣਾਈਏ। ਜ਼ਿੰਦਗੀ ਬਹੁਤ ਖੂਬਸੂਰਤ। ਇਹਨਾਂ ਘਟਨਾਵਾਂ, ਇਹਨਾਂ ਸਾਖੀਆਂ ਤੋਂ ਇਹ ਪਤਾ ਲੱਗਦਾ ਕਿ ਮਾਂ ਬਾਪ ਆਪਣੇ ਬੱਚਿਆਂ ਪ੍ਰਤੀ ਕਦੀ ਗਲਤ ਨਹੀਂ ਸੋਚਦੇ। ਬੱਚਿਆਂ ਨੂੰ ਹੀ ਕਦੀ ਭੁਲੇਖੇ ਪੈਣ ਲੱਗ ਪੈਂਦੇ ਵੀ ਸ਼ਾਇਦ ਮੇਰੀ ਮਾਂ ਮੇਰਾ ਬਾਪ ਮੇਰੇ ਬਾਰੇ ਗਲਤ ਸੋਚਦਾ ਹੈ। ਆਓ ਸੋਹਣੇ ਪਰਿਵਾਰਾਂ 'ਚ ਸੋਹਣੇ ਤਰੀਕੇ ਨਾਲ ਰਹਿਣਾ ਸ਼ੁਰੂ ਕਰੀਏ। ਇਹੋ ਸਾਨੂੰ ਗੁਰੂ ਇਤਿਹਾਸ, ਗੁਰੂ ਕੀਆਂ ਸਾਖੀਆਂ ਬਾਣੀ ਸਿਖਾਉਂਦੀ ਹੈ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰ, ਗ੍ਰੰਥੀ ਸਾਹਿਬਾਨ, ਜਿੰਨੇ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਨੌਜਵਾਨ ਆਏ, ਇਹ ਅੱਜ ਦਾ ਸਮਾਗਮ, ਇਹ ਲਗਾਤਾਰ ਤੁਸੀਂ ਇਸ ਸਮਾਗਮ ਨੂੰ ਲੀਕੇ ਹੋਏ ਨੇ, ਜਿਨ੍ਹਾਂ ਵਿੱਚ ਤੁਸੀਂ ਹਾਜ਼ਰੀ ਭਰ ਰਹੇ ਹੋ। ਮੈਂ ਆਪਣੇ ਵੱਲੋਂ ਸੱਚੀ ਗੱਲ ਕਹਿਣਾ, ਬੜਾ ਅੰਦਰੋਂ ਪ੍ਰਸੰਨ ਹੋਇਆ ਕਿ ਤੁਸੀਂ ਇੱਦਾਂ ਦੇ ਸਮਾਗਮ ਕਰ ਰਹੇ ਹੋ। ਅਸੀਂ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆਈਏ। ਨਹੀਂ ਤਾਂ ਸਾਡੀ ਕੌਮ ਬਰਸੀਆਂ ਮਨਾਉਣ 'ਚੋਂ ਵੇਲ ਨਹੀਂ ਸੀ ਮਿਲਦਾ ਵੀ ਇੱਕ ਬਾਬਾ ਮਰਿਆ, ਦੂਜੇ ਦੀ ਬਰਸੀ, ਦੂਜਾ ਚੜ੍ਹਾਈ ਕੀਤਾ, ਤੀਜੇ ਦੀ ਬਰਸੀ। ਜੇ ਤੁਹਾਡਿਆਂ ਨਗਰਾਂ ਵੱਲ ਵੇਖ ਕੇ ਪਿੰਡੋ ਪਿੰਡੀਏ ਲਹਿਰ ਸ਼ੁਰੂ ਹੋ ਜਾਏ ਅਤੇ ਇਕੱਲੀ ਫਿਰ 4 ਸਾਹਿਬਜ਼ਾਦੇ ਨਹੀਂ, ਕਦੀ ਭਾਈ ਤਾਰੂ ਸਿੰਘ ਦਾ ਦਿਨ ਮਨਾਈਏ, ਕਦੀ ਅਕਾਲੀ ਫੂਲਾ ਸਿੰਘ ਦੀ ਗੱਲ ਕਰੀਏ, ਕਦੀ ਹਰੀ ਸਿੰਘ ਨਲੂਏ ਦੀ ਗੱਲ ਕਰੀਏ, ਕਦੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੀ ਦੀ ਗੱਲ ਕਰੀਏ, ਅਤੇ ਗੱਲ ਬਹੁਤ ਦੂਰ ਪਹੁੰਚ ਸਕਦੀ ਹੈ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ